ਸਤਨਾਮ ਵਾਹਿਗੁਰੂ ਸਾਹਿਬ ਜੀ। ਗੁਰ ਚਰਨ ਲਾਗ ਹਮ ਬਿਨਵਤਾ, ਪੂਛਤ ਕਹਿ ਦਿਓ ਪਾਇਆ। ਕਵਨ ਕਾਜ ਜਗ ਉਪਜੈ ਬਿਨਸੈ, ਕਹੋ ਮੋਹਿ ਸਮਝਾਇਆ। ਦੇਵ ਕਰਹੁ ਦਇਆ, ਮੋਹਿ ਮਾਰਗ ਲਾਵਹੁ। ਜਿਤ ਭੈ ਬੰਧਨ ਟੂਟੈ, ਜਨਮ ਮਰਨ ਦੁਖ ਫੇੜ ਕਰਮ ਸੁਖ। ਜੀਅ ਜਨਮ ਤੇ ਛੂਟੈ, ਜਿਸ ਨੀਚ ਕਉ ਕੋਈ ਨ ਜਾਣੈ। ਨਾਮ ਜਪਤ ਚੌਕੁੰਟ ਮਾਨੈ। ਦਰਸ਼ਨ ਮੰਗੋ ਦੇਹ ਪਿਆਰੇ, ਤੁਮਰੀ ਸੇਵਾ ਕੌਣ ਕੌਣ ਨਾ ਤਾਰੇ। ਜਾ ਕੈ ਨਿਕਟ ਨ ਆਵੈ ਕੋਈ, ਸਗਲ ਸ੍ਰਿਸ਼ਟ ਉਆ ਕੇ ਚਰਨ ਮਲ ਧੋਈ। ਜੋ ਪ੍ਰਾਨੀ ਕਾਹੂ ਨ ਆਵਤ ਕਾਮ, ਸਗਲ ਸ੍ਰਿਸ਼ਟ ਤਾਕੂ ਜਪੀਐ ਨਾਮ। ਸਾਧ ਸੰਗ ਮਨ ਸੋਵਤ ਜਾਗੇ, ਤਬ ਪ੍ਰਭ ਨਾਨਕ ਮੀਠੇ ਲਾਗੇ। ਬੇਸੁਮਾਰ ਅਥਾਹ ਗਨਤ ਤੋਲੈ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਕਬੀਰ ਹਰ ਹੀਰਾ ਜਨ ਜੌਹਰੀ, ਲੈ ਕੈ ਮਾਂਡੈ ਹਾਟ। ਜਬ ਹੀ ਪਾਈਐ ਪਾਰਖੂ, ਤਬ ਹੀਰਨ ਕੀ ਸਾਟ। ਜਬ ਹੀ ਪਾਈਐ ਪਾਰਖੂ, ਤਬ ਹੀਰਨ ਕੀ ਸਾਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧ ਦਇਆ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਜਿਨ੍ਹਾਂ ਦੀ ਅਪਾਰ ਕਰੁਣਾ ਹੈ, ਅਥਾਹ ਮਿਹਰਾਮਤ ਹੈ, ਅਪਾਰ ਬਖਸ਼ਿਸ਼ ਹੈ ਸਤਿਗੁਰੂ ਸਾਹਿਬ ਜੀ ਦੀ, ਜੋ ਸਾਨੂੰ ਸਤਿਗੁਰੂ ਸਾਹਿਬ ਜੀ ਨੇ ਆਪਣੀ ਮਿਹਰ ਬਖਸ਼ਿਸ਼ ਭਰੀ ਨਜ਼ਰ ਕਰਕੇ
ਆਪਣੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਤ ਸੰਗਤ ਰੂਪ ਵਿੱਚ ਜੁੜਨ ਦਾ ਆਪਣੇ ਮਨ ਬੁੱਧ ਚਿੱਤ ਸੁਰਤ ਕਰਕੇ ਗੁਰੂ ਸ਼ਬਦ ਦੀ ਸਾਧਨਾ ਦੇ ਨਾਲ ਆਪਣੇ ਅਧਿਆਤਮਿਕ ਜੀਵਨ ਨੂੰ ਸਵਾਰਨ ਦਾ, ਸਤਿਗੁਰੂ ਕੀ ਮਿਹਰਾਮਤ ਨੂੰ ਸ਼ਬਦ ਰੂਪ ਦੇ ਕੀਰਤਨ ਦੁਆਰਾ, ਵਿਚਾਰ ਦੁਆਰਾ, ਨਾਮ ਰਸ ਤੇ ਗਿਆਨਮਈ ਬਖਸ਼ਿਸ਼ ਦੇ ਰੂਪ ਵਿੱਚ ਮਾਨਣ ਦਾ ਅਵਸਰ ਬਖਸ਼ਿਸ਼ ਕਰਕੇ ਨਵਾਜ਼ਿਸ਼ ਕੀਤੀ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ ਜੋ ਸਤਿਗੁਰੂ ਕੇ ਬਚਨਾਂ ਦੀ ਕਾਰ ਨੂੰ ਕਮਾਉਂਦਿਆਂ ਹੋਇਆਂ ਗੁਰੂ ਕਿਰਪਾ ਦੇ ਪਾਤਰ ਬਣਨ ਦਾ ਸ਼ੁਭ ਯਤਨ ਕਰਦੇ ਹੋ। ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ ਦੇ ਲੜੀਵਾਰ ਸਲੋਕਾਂ ਦੀ ਆਪ ਜੀ ਵਿਚਾਰ ਸ਼ਰਵਣ ਕਰਕੇ ਗਿਆਨਾਤਮਕ ਲਾਭ ਪ੍ਰਾਪਤ ਕਰ ਰਹੇ ਹੋ। ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਤੋਂ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਹਰ ਹੀਰਾ ਜਨ ਜੌਹਰੀ, ਲੈ ਕੈ ਮਾਂਡੈ ਹਾਟ। ਲੜੀਵਾਰ ਸਲੋਕਾਂ ਦੇ ਅੰਤਰਗਤ ਭਗਤ ਕਬੀਰ ਸਾਹਿਬ ਜੀ ਇਸ ਤੋਂ ਪਹਿਲੇ ਸਲੋਕ ਵਿੱਚ ਸਾਨੂੰ ਬਖਸ਼ਿਸ਼ ਕਰਕੇ ਨਵਾਜਿਆ ਸੀ ਕਿ ਜਦੋਂ ਮਨੁੱਖ ਦੀ ਮੱਤ, ਉਹਦਾ ਮਨ ਗੁਰੂ ਸ਼ਬਦ ਦੇ ਨਾਲ ਥਿਰ ਹੁੰਦਾ ਹੈ, ਉਹ ਆਪਣੇ ਮਨ ਦੇ ਫੁਰਨਿਆਂ ਦੀ, ਆਪਣੇ ਚਿੱਤ ਦੇ ਅਸਾਧ ਸੰਸਕਾਰਾਂ ਦੀ, ਆਪਣੀ ਬੁੱਧੀ ਦੇ ਭਟਕੇ ਹੋਣ ਦੀ ਸਾਧਨਾ ਕਰਦਾ ਹੈ, ਤਦ ਉਹਦੇ ਜੀਵਨ 'ਚ ਇੱਕ ਆਂਤਰਿਕ ਸਹਿਜ ਵਾਪਰਦਾ ਹੈ। ਸਹਿਜ ਦੀ ਦੋ ਕਿਸਮਾਂ ਨੇ, ਇੱਕ ਬਾਹਰੀ, ਇੱਕ ਆਂਤਰਿਕ। ਆਂਤਰਿਕ ਸਹਿਜ ਅੰਦਰ ਵਾਪਰੇ ਤਾਂ ਬਾਹਰੀ ਕਰਮ ਸਹਿਜ ਹੁੰਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜੇ ਗੁਰੂ ਸ਼ਬਦ ਨਾਲ ਜੁੜ ਕੇ ਸਹਿਜ ਇਸ ਤਰ੍ਹਾਂ ਸਾਧਨਾ ਕਰਦੇ ਨੇ, ਜਦ ਉਹਨਾਂ ਦੀ ਸਾਧਨਾ ਗੁਰੂ ਕਿਰਪਾ ਦੀ ਪਾਤਰ ਬਣ ਜਾਂਦੀ ਹੈ, ਫਿਰ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਜਿਵੇਂ ਮਾਨ ਸਰੋਵਰ ਦੇ ਕੰਢੇ ਬੈਠ ਕੇ ਹੰਸਾਂ ਵਰਗੀ ਸਾਡੀ ਬ੍ਰਿਤੀ ਗੁਰੂ ਸ਼ਬਦ ਨੇ ਕਰ ਦਿੱਤੀ ਹੈ, ਅਤੇ ਹੁਣ ਉਸ ਬ੍ਰਿਤੀ ਕਰਕੇ ਸਾਡੀ ਬੁੱਧੀ ਵੀ ਵਿਵੇਕ ਦੇ ਸਹਿਤ ਹੋ ਗਈ ਹੈ, ਮਨ ਵੀ ਸਿਫਤ ਸਲਾਹ ਦੇ ਨਾਲ ਪ੍ਰੇਮ ਰੰਗ ਨਾਲ ਵਿਧਿਆ ਗਿਆ ਹੈ, ਜਿਹੜਾ ਚਿੱਤ ਹੈ ਉਹ ਵੀ ਹਰ ਵੇਲੇ ਗੁਰੂ ਸ਼ਬਦ ਦੇ ਦੁਆਲੇ ਜੁੜਿਆ ਰਹਿੰਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ ਕਿ ਗੁਰੂ ਰੂਪ ਸਰਵਰ ਦੇ ਵਿੱਚ ਇੱਕ ਤਾਕੀਦ ਕੀਤੀ ਸੀ ਕਿ ਜੇ ਜੀਵਨ ਦੇ ਵਿੱਚ ਹੰਸ ਦੀ ਤਰ੍ਹਾਂ ਆਪਣੇ ਜੀਵਨ ਦਾ ਆਂਤਰਿਕ ਅਤੇ ਬਾਹਰੀ ਰੂਪ ਦੇ ਵਿੱਚ ਉੱਚ ਅਵਸਥਾ ਵਾਲਾ ਨਿਰਮਾਣ ਕਰਨਾ ਹੈ, ਤਾਂ ਗੁਰੂ ਸਰਵਰ ਦੇ ਜੋ ਸਤ ਸੰਗਤ ਰੂਪ ਸਰੋਵਰ ਹੈ, ਨਿੱਤਾ ਪ੍ਰਤੀ ਉਹਦੇ ਸ਼ਬਦ ਵਿਚਾਰ, ਸ਼ਬਦ ਦੇ ਗਿਆਨ ਅਤੇ ਸ਼ਬਦ ਦੇ ਚਿੰਤਨ ਅਭਿਆਸ ਵਿੱਚ ਜੁੜ ਕੇ ਆਪਣੀ ਘਾੜਤ ਘੜਨ ਦਾ ਯਤਨ ਕਰੋ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਕਬੀਰ ਹਰ ਹੀਰਾ ਜਨ ਜੌਹਰੀ, ਲੈ ਕੈ ਮਾਂਡੈ ਹਾਟ। ਕੱਲ੍ਹ ਵਾਲੇ ਸਲੋਕ ਦੇ ਨਾਲ ਹੀ ਸੰਬੰਧਿਤ ਅਗਲੇ ਸਲੋਕ ਦਾ ਵਿਸ਼ਾ ਹੈ। ਭਗਤ ਕਬੀਰ ਸਾਹਿਬ ਜੀ ਅੱਜ ਦੇ ਸਲੋਕ ਵਿੱਚ ਬਖਸ਼ਿਸ਼ ਕਰਦੇ ਹਰ ਹੀਰਾ, ਜਿਸ ਨੂੰ ਅਕਾਲ ਪੁਰਖ ਸਰੂਪ ਕਹਿ ਕੇ ਕੇਵਲ ਸੱਤ ਸਰੂਪ ਮੰਨਿਆ ਜਾਂਦਾ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਜਦ ਉਹਦੀ ਬਖਸ਼ਿਸ਼ ਰੂਪ ਮਨੁੱਖ ਦੇ ਕੋਲ ਆਉਂਦੀ ਹੈ ਤਾਂ ਉਹ ਹੀਰੇ ਵਰਗੀ ਅਮੋਲਕਤਾ ਦੇ ਰੂਪ ਵਿੱਚ ਆਉਂਦੀ ਹੈ। ਪਰ ਇਸ ਗੱਲ ਦੀ ਸਾਰ ਜਨ ਜੌਹਰੀ ਉਹੀ ਜਾਣਦੇ ਹਨ ਜਿਨ੍ਹਾਂ ਨੇ ਆਪਣਾ ਮਨ ਗੁਰੂ ਸ਼ਬਦ ਨੂੰ ਅਰਪਣ ਕਰਕੇ ਅਤੇ ਬੁੱਧੀ ਦੇ ਅੰਦਰ ਸ਼ਬਦ ਦੀ ਵਿਚਾਰ ਦੇ ਨਾਲ ਸ਼ਬਦ ਦੀ ਅਮੋਲਕਤਾ ਨੂੰ ਪਹਿਚਾਣਿਆ ਹੈ। ਫਿਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਲੈ ਕੈ ਮਾਂਡੈ ਹਾਟ। ਜਦੋਂ ਉਹ ਆਪਣੀ ਭਗਤੀ ਦਾ ਗਿਆਨ ਦਾ ਸਿਖਰ ਵਾਲਾ ਅਨੁਭਵ ਪ੍ਰਾਪਤ ਕਰ ਲੈਂਦੇ ਹਨ ਤਾਂ ਫਿਰ ਉਹਨੂੰ ਆਪਣੇ ਹਿਰਦੇ ਅੰਦਰ ਸੰਭਾਲ ਕੇ ਰੱਖਦੇ ਹਨ। ਤਬ ਹੀ ਪਾਈ ਜਬ ਹੀ ਪਾਈ ਇਹ ਪਾਰਖੂ। ਜਦੋਂ ਉਹਨਾਂ ਨੂੰ ਕੋਈ ਉੱਤਮ ਜਗਿਆਸੂ ਮਿਲ ਜਾਵੇ, ਜਦੋਂ ਪਤਾ ਲੱਗ ਜਾਵੇ ਕਿ ਜੀਵਨ ਦੇ ਵਿੱਚ ਜੇ ਕੋਈ ਅਧਿਆਤਮਿਕ ਸਾਧਨਾ ਕਰ ਰਿਹਾ ਹੈ
ਤੇ ਜੋ ਗਿਆਨ ਰੂਪ ਅਮੋਲਕ ਰਤਨ ਹੈ ਜਿਹੜਾ ਭਗਤੀ ਦੇ ਅਨੁਭਵ ਵਿੱਚੋਂ ਪ੍ਰਾਪਤ ਕੀਤਾ ਹੈ, ਉਹ ਇਹਦੇ ਲਈ ਸਹਾਇਕ ਹੋ ਸਕਦਾ ਹੈ। ਜਾਂ ਜਦੋਂ ਕੋਈ ਆਪਣੀ ਜਗਿਆਸਾ ਜ਼ਾਹਰ ਕਰੇ ਕਿ ਮੇਰੇ ਧਿਆਨ ਦੀ, ਮੇਰੀ ਸ਼ਬਦ ਦੀ ਸਾਧਨਾ ਇਸ ਤਰ੍ਹਾਂ ਚੱਲ ਰਹੀ ਹੈ, ਉਹਦੇ ਵਿੱਚ ਆਪਣਾ ਅਨੁਭਵ ਦੱਸੋ, ਤਦ ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹ ਆਪਣੇ ਅਨੁਭਵ ਰੂਪ ਹੀਰੇ ਦੀ, ਜਿਹੜਾ ਉਹਨਾਂ ਨੇ ਸਿਮਰਨ, ਧਿਆਨ ਅਤੇ ਸ਼ਬਦ ਦੇ ਅਭਿਆਸ ਵਿੱਚ ਜੁੜ ਕੇ ਕਮਾਇਆ ਹੈ, ਫਿਰ ਉਹਦੀ ਨਾਲ ਸਾਂਝ ਪਾਉਂਦੇ ਹਨ। ਇਸ ਦੀ ਵਿਚਾਰ ਆਪਦੇ ਸਨਮੁਖ ਰੱਖਣ ਦਾ ਯਤਨ ਕਰਾਂ। ਭਗਤ ਕਬੀਰ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਕਬੀਰ ਹਰ ਹੀਰਾ। ਹੁਣ ਅਸੀਂ ਅਕਾਲ ਪੁਰਖ ਦੀ ਹਸਤੀ ਨੂੰ ਕਈ ਤਸਵਰਾਂ ਦੇ ਵਿੱਚ ਮੰਨਦੇ ਹਾਂ। ਜਿਵੇਂ ਦਾ ਸਾਡਾ ਬੌਧਿਕ, ਮਾਨਸਿਕ ਅਤੇ ਸਾਡਾ ਹਿਰਦੇ ਰੂਪ ਦਾ ਮੰਡਲ ਹੈ, ਉਵੇਂ ਦੀ ਉਹਦੀ ਅਸੀਂ ਕਲਪਨਾ ਕਰਦੇ ਹਾਂ। ਤਾਂ ਪਰ ਭਗਤ ਕਬੀਰ ਸਾਹਿਬ ਜੀ ਨੇ ਵਿਸ਼ੇਸ਼ਣ ਵਰਤਿਆ ਹੀਰਾ। ਇਹਦਾ ਭਾਵ ਇਹ ਹੈ ਕਿ ਜਦੋਂ ਅਕਾਲ ਪੁਰਖ ਸਰੂਪ ਦੀ ਹਸਤੀ ਦੇ ਨਾਲ ਉਹਦਾ ਭਾਵ ਮਨ 'ਚ ਵਸਾਉਣਾ ਹੈ, ਤਾਂ ਉਸ ਨੂੰ ਗੁਣ ਅਮੋਲਕਤਾ ਕਰਕੇ ਹਿਰਦੇ ਅੰਦਰ ਵਸਾਉਣਾ ਹੈ। ਅਸੀਂ ਕਈ ਵਾਰੀ ਹੋਰ ਭਾਵਾਂ ਦੇ ਵਿੱਚ ਲੈ ਜਾਂਦੇ ਹਾਂ, ਤਾਂ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਹਰ ਹੀਰਾ, ਭਾਵ ਕਿ ਉਹਦੀ ਗੁਣ ਅਮੋਲਕਤਾ ਹਿਰਦੇ ਅੰਦਰ ਵਸਾਉਣੀ ਹੈ। ਇਸ ਕਰਕੇ ਮੂਲ ਮੰਤਰ ਅੰਦਰ ਦੋ ਅਕਾਲ ਪੁਰਖ ਸਰੂਪ ਦੇ ਉੱਚਤਮ ਗੁਣ ਮਿਲਦੇ ਹਨ, ਜਿਨ੍ਹਾਂ ਤੋਂ ਪਤਾ ਲੱਗ ਜਾਂਦਾ ਹਰ ਹੀਰਾ ਕਿਵੇਂ ਹੁੰਦਾ ਹੈ। ਅਸੀਂ ਮੂਲ ਮੰਤਰ ਸਰੂਪ ਦੇ ਵਿੱਚ ਦੋ ਗੁਣਾਂ ਦਾ ਅਕਸਰ ਜ਼ਿਕਰ ਪੜ੍ਹਦੇ ਹਾਂ, ਸ਼ਰਵਣ ਕਰਦੇ ਹਾਂ। ਉਹ ਹੈ ਨਿਰਭਉ, ਨਿਰਵੈਰ ਸਰੂਪ। ਜਿਹੜੀ ਅਕਾਲ ਪੁਰਖ ਪਰਮ ਹਸਤੀ ਹੈ, ਉਹਦੇ ਗੁਰੂ ਨਾਨਕ ਸਾਹਿਬ ਜੀ ਨੇ ਪਰਮ ਗੁਣ ਤਸੱਵਰ ਕੀਤੇ ਨੇ। ਉਹਦੇ ਵਿੱਚ ਨਿਰਭਉ ਅਤੇ ਨਿਰਵੈਰ ਦੋ ਸਥਿਤੀਆਂ ਨੇ। ਹੁਣ ਹਰ ਹੀਰਾ ਇਸ ਰੂਪ ਵਿੱਚ ਕਿਵੇਂ, ਇਸ ਨੂੰ ਸਮਝਣ ਦਾ ਯਤਨ ਕਰੀਏ। ਮਨੁੱਖ ਆਕਾਰ ਕਰਕੇ ਬਣਦਾ ਹੈ। ਸਾਡੇ ਸਰੀਰ ਦਾ ਇੱਕ ਆਕਾਰ ਹੈ। ਇਸ ਆਕਾਰ ਦੇ ਬਣਨ ਦੇ ਨਾਲ ਹੀ ਅਸੀਂ ਕਾਲ ਦੀ ਹੋਂਦ ਦੇ ਹੇਠ ਆ ਜਾਂਦੇ ਹਾਂ, ਕਾਲ ਦੀ ਚੱਕਰ ਦੇ ਹੇਠ ਆ ਜਾਂਦੇ ਹਾਂ। ਇਹਦੇ ਕਰਕੇ ਸਾਨੂੰ ਮ੍ਰਿਤੂ ਦਾ ਡਰ ਬਣਦਾ ਹੈ। ਇਸੇ ਸਰੀਰ ਦੇ ਆਕਾਰ ਕਰਕੇ ਜਦੋਂ ਸਰੀਰ ਹੋਂਦ ਵਿੱਚ ਆਉਂਦਾ ਹੈ, ਉਦੋਂ ਮਾਇਆ ਦੇ ਪ੍ਰਪੰਚ ਕਰਕੇ ਮਨ ਵੀ ਹੋਂਦ ਵਿੱਚ ਆਉਂਦਾ। ਜਿੱਥੇ ਸਰੀਰ ਸਿੱਧਾ ਕਾਲ ਦੀ ਮਾਰ ਭਾਵ ਕਿ ਮ੍ਰਿਤੂ ਦੇ ਅਧੀਨ ਹੈ, ਉੱਥੇ ਜਿਹੜਾ ਮਨ ਹੈ ਉਹ ਮਾਇਆ ਦੇ ਅਧੀਨ ਹੋ ਜਾਂਦਾ। ਇਸੇ ਕਰਕੇ ਮਨੁੱਖ ਦੇ ਅੰਦਰ ਬੜੇ ਭੈ ਵਾਪਰਦੇ ਹਨ। ਇਹ ਦੋ ਸਥਿਤੀਆਂ ਹਨ। ਹੁਣ ਗੱਲ ਕੀ ਹੈ ਕਿ ਮਨੁੱਖ ਨੂੰ ਕਿਹਾ ਜਾਂਦਾ ਹੈ ਕਿ ਤੇਰੇ ਅੰਦਰ ਪ੍ਰਭੂ ਦੀ ਆਤਮ ਜੋਤ ਹੈ। ਉਹ ਆਤਮ ਜੋਤ ਇੱਕ ਛੋਟਾ ਪਸਾਰ ਹੈ, ਜਿਹੜਾ ਉਸ ਅਸੀਮ ਦੇ ਨਾਲ ਅਭੇਦ ਹੋਣ ਦੀ ਸਮਰੱਥਾ ਰੱਖਦਾ ਹੈ। ਇਸ ਨੂੰ ਸਰਲ ਕਹਿਣਾ ਹੋਵੇ ਕਿ ਬੂੰਦ ਆਪਣੇ ਆਪ ਦੇ ਵਿੱਚ ਜਿਵੇਂ ਬੜੀ ਛੋਟੀ ਹਸਤੀ ਰੱਖਦੀ ਹੈ, ਪਰ ਉਹਦਾ ਅਸਲ ਕੀ ਹੈ ਜਾਂ ਉਹਦਾ ਉੱਚ ਕੀ ਹੈ, ਸਿਖਰ ਕੀ ਹੈ, ਕਿ ਅਗਰ ਉਹ ਸਾਗਰ ਨਾਲ ਭੇਦ ਹੋ ਜਾਵੇ, ਮਰਜ ਤਾਂ ਹੋਣਾ ਪਵੇਗਾ ਉਹਨੂੰ ਸਾਗਰ ਦੇ ਵਿੱਚ, ਪਰ ਮੁੜ ਕੇ ਸੁੱਕਣ ਦਾ, ਕੁਮਲਾਉਣ ਦਾ, ਖਤਮ ਹੋਣ ਦਾ ਡਰ ਮੁੱਕ ਜਾਏਗਾ। ਇਸ ਕਰਕੇ ਨਿਰਭਉ ਦਾ ਭਾਵ ਕਿ ਜਦੋਂ ਅਸੀਂ ਮ੍ਰਿਤੂ ਦੇ ਅਤੇ ਮਨ ਦਾ ਮਾਇਆ ਦੇ ਅਧੀਨ ਹੋਣ ਕਰਕੇ ਪ੍ਰਪੰਚ ਵਿੱਚ ਭਰਮਦੇ ਹਨ, ਤਾਂ ਬੜੇ ਭੈ ਅੰਦਰ ਵਾਪਰਦੇ ਹਨ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਕਿ ਪਰਮ ਅਕਾਲ ਪੁਰਖ ਦਾ ਇੱਕ ਗੁਣ ਹੈ ਨਿਰਭਉ, ਕਿ ਉਹਦੀ ਹਸਤੀ ਡਰ ਤੋਂ ਰਹਿਤ ਹੈ। ਇਸ ਕਰਕੇ ਗੁਰਬਾਣੀ ਵਿੱਚ ਅਸੀਂ ਵਾਕ ਪੜ੍ਹਦੇ ਹਾਂ, ਭੈ ਵਿੱਚ ਸਭ ਆਕਾਰ ਹੈ, ਨਿਰਭਉ ਹਰਿ ਜੀਉ ਸੋਏ। ਕਿ ਜਿਤਨੀ ਆਕਾਰਗਤ ਰਚਨਾ ਹੈ, ਇਹ ਸਾਰੀ ਭੈ ਅੰਦਰ ਹੋਏਗੀ, ਕਿਉਂਕਿ ਆਕਾਰ ਜਦ ਬਿਨਸੇ ਉਪਜਿਆ, ਬਿਨਸੇਗਾ ਵੀ। ਤਾਂ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਹਰ ਹੀਰਾ। ਹੁਣ ਜਦੋਂ ਮਨੁੱਖ ਆਪਣੇ ਆਪ ਨੂੰ ਪਹਿਚਾਣਦਾ ਹੈ, ਮਾਨ ਸਰੋਵਰ ਤੀਰ 'ਤੇ ਬੈਠ ਕੇ ਗਿਆਨ ਦੀ ਧੀਰਕ ਵਿਚਾਰ ਦੇ ਨਾਲ ਕਿ ਮੈਂ ਆਕਾਰਗਤ ਹਾਂ, ਫਿਰ ਉਸ ਤੋਂ ਅੱਗੇ ਮੇਰਾ ਜਿਹੜਾ ਮਨ ਹੈ ਉਹ ਮਾਇਆ ਦੇ ਸੂਖਮ ਪ੍ਰਭਾਵ ਹੇਠ ਹੈ। ਭਾਵ ਕਿ ਜਿਵੇਂ ਮਨ ਦੇ ਬਾਰੇ ਹੁਣ ਸਾਡੇ ਸਰੀਰ ਦਾ ਕੋਈ ਅੰਗ ਹੈ ਨਹੀਂ ਜਿਹਨੂੰ ਅਸੀਂ ਮਨ ਕਹਿ ਸਕੀਏ, ਪਰ ਮਾਇਆ ਦੀ ਅਦ੍ਰਿਸ਼ ਸ਼ਕਤੀ ਜਿਹੜੇ ਸਾਡੇ ਅੰਦਰ ਵਾਪਰਦੀ ਹੈ, ਫੁਰਨਿਆਂ ਕਰਕੇ, ਇੱਛਾ ਕਰਕੇ, ਹੋਰ ਕਈ ਯਤਨਾਂ ਦੇ ਨਾਲ, ਉਹਨੂੰ ਅਸੀਂ ਮਨ ਆਖਦੇ ਹਾਂ। ਅਤੇ ਉਹ ਅਦ੍ਰਿਸ਼ ਹੁੰਦਾ ਹੈ ਅਤੇ ਦੂਜੀ ਗੱਲ ਸੂਖਮ ਹੁੰਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਹਰ ਹੀਰਾ। ਹੁਣ ਦੋ ਸਮੱਸਿਆਵਾਂ ਸਾਹਮਣੇ ਆਉਂਦੀਆਂ ਨੇ ਮਨੁੱਖ ਦੇ ਮਨੁੱਖ ਹੋਣ ਕਰਕੇ। ਪਹਿਲਾਂ ਤਾਂ ਇਹ ਆਕਾਰ ਵਿੱਚ ਆ ਗਿਆ। ਆਕਾਰ ਵਿੱਚ ਆਉਣਾ ਕੁਦਰਤੀ ਸੀ, ਕਿਉਂਕਿ ਰਚਨਾ ਦਾ ਵਿਧਾਨ ਚੱਲ ਰਿਹਾ ਹੈ। ਪਰ ਇਸ ਆਕਾਰ ਦੇ ਨਾਲ ਮਨੁੱਖ ਦੀ ਚੇਤਨਾ ਅਤੇ ਉਹਦੀ ਸਰੀਰਕ ਵਾਸਨਾ ਜੁੜ ਜਾਂਦੀ ਹੈ, ਜਿਸ ਕਰਕੇ ਮੌਤ ਦਾ ਡਰ ਬਣਦਾ ਹੈ।
ਜਿਹੜੇ ਮਨੁੱਖ ਦੀ ਆਪਣੇ ਸਰੀਰ ਦੇ ਨਾਲ ਵਾਸਨਾ ਅਤੇ ਚੇਤਨਾ ਨਹੀਂ ਜੁੜਦੀ, ਉਹ ਕਦੀ ਮ੍ਰਿਤੂ ਦੇ ਡਰ ਵਿੱਚ ਨਹੀਂ ਹੁੰਦਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਹਰ ਹੀਰਾ। ਸਰੀਰ ਦੇ ਆਕਾਰ ਕਰਕੇ, ਜਿਵੇਂ ਇਹਨੂੰ ਬੜਾ ਸਰਲ ਕਹਿਣਾ ਹੋਵੇ ਕਿ ਜਿਵੇਂ ਇੱਕ ਕੱਚ ਦੀ ਕਿਸਮ ਹੈ ਜਾਂ ਕੋਈ ਮਿੱਟੀ ਹੈ, ਅਜੇ ਤੱਕ ਉਹਦਾ ਕੋਈ ਆਕਾਰ ਨਹੀਂ ਘੜਿਆ ਗਿਆ ਤਾਂ ਉਹਨੂੰ ਟੁੱਟਣ ਦਾ ਕੋਈ ਡਰ ਨਹੀਂ ਹੈ। ਜਦੋਂ ਮਿੱਟੀ ਤੋਂ ਉਹਦਾ ਬਰਤਨ ਬਣਾ ਦਿੱਤਾ ਜਾਂ ਕੱਚ ਤੋਂ ਉਹਦਾ ਕੋਈ ਬਰਤਨ ਬਣਾ ਦਿੱਤਾ, ਜਦੋਂ ਹੀ ਆਕਾਰ ਬਣ ਗਿਆ ਉਦੋਂ ਹੀ ਉਹਦੇ ਟੁੱਟਣ ਦਾ ਡਰ, ਅਤੇ ਉਹੀ ਟੁੱਟਣ ਦਾ ਡਰ ਉਹਦਾ ਕਾਲ ਹੁੰਦਾ ਹੈ। ਇਸ ਕਰਕੇ ਤਾਂ ਵਿੱਚ ਆਉਂਦਾ ਨਾ ਗੁਰਬਾਣੀ ਵਿੱਚ, ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਸਭ ਸ੍ਰਿਸ਼ਟੀ ਭੈ ਅੰਦਰ ਹੈ। ਉਹਦਾ ਭੈ ਦਾ ਭਾਵ ਕੀ ਹੈ ਕਿ ਇਹਦੀ ਹੋਂਦ ਨੂੰ ਘੜਿਆ ਗਿਆ ਹੈ, ਪਰ ਘੜਿਆ ਇੱਕ ਡਰ ਦੇ ਪਰਸਪੈਕਟਿਵ ਵਿੱਚ ਹੈ। ਤਾਂ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਮਨੁੱਖ ਦੇ ਪਾਸ ਦੋ ਸਮੱਸਿਆਵਾਂ ਨੇ। ਇੱਕ ਤਾਂ ਇਹ ਆਕਾਰ ਵਿੱਚ ਆ ਗਿਆ, ਦੂਜਾ ਇਸ ਆਕਾਰ ਦੇ ਅੰਦਰ ਜਿਹੜਾ ਸੰਚਾਲਿਤ ਹੈ ਉਹ ਇਹਦਾ ਮਨ ਹੈ, ਜਿਹੜਾ ਮਾਇਆ ਤੋਂ ਪ੍ਰਭਾਵਿਤ ਹੈ। ਉਹ ਇੱਛਾ, ਖਾਹਿਸ਼, ਦਵੈਸ਼, ਬੋਧ, ਸੰਕਲਪ, ਵਿਕਲਪ, ਇਹਨਾਂ ਸਾਰਿਆਂ ਨੂੰ ਹਰ ਵੇਲੇ ਕਿਰਿਆਵਾਂ ਨੂੰ ਚਲਾਉਂਦਾ ਰਹਿੰਦਾ ਹੈ। ਹੁਣ ਭਗਤ ਕਬੀਰ ਸਾਹਿਬ ਜੀ ਕਹਿੰਦੇ ਦੋ ਗੱਲਾਂ ਮਨੁੱਖ ਦੇ ਜੀਵਨ 'ਚ ਭੈ ਪੈਦਾ ਕਰਦੀਆਂ ਨੇ, ਅਤੇ ਜੇ ਇਹਨੇ ਹਰ ਹੀਰਾ ਦੇ ਨਾਲ ਸਾਂਝ ਪਾਉਣੀ ਹੈ ਤਾਂ ਇਹਨੂੰ ਆਪਣੇ ਇਹਨਾਂ ਦੋ ਛੋਟੇ ਡਰਾਂ ਨੂੰ ਤਿਆਗ ਕੇ ਨਿਰਭਉ ਸਰੂਪ ਹੋਣਾ ਪਏਗਾ। ਅਤੇ ਉਹਦੇ ਲਈ ਇਹਨੂੰ ਪਹਿਲਾਂ ਗਿਆਨ ਦੀ ਵਿਚਾਰ ਦ੍ਰਿੜ ਕਰਨੀ ਪਏਗੀ ਕਿ ਜਿਹੜਾ ਸਰੀਰ ਹੈ ਇਹ ਮੇਰੀ ਆਤਮਾ ਨੇ ਪਹਿਨਿਆ ਹੋਇਆ ਚੋਲਾ ਹੈ, ਅਤੇ ਚੋਲਾ ਅਕਸਰ ਬਦਲ ਦਿੱਤਾ ਜਾਂਦਾ ਹੈ ਜਦ ਵੀ ਪੁਰਾਣਾ ਹੋਏ। ਇਸ ਕਰਕੇ ਇਹ ਗਿਆਨ ਦੀ ਵਿਚਾਰ ਫਿਰ ਰੋਜ਼ਾਨਾ ਭਾਵ ਦ੍ਰਿੜ ਕਰਨੇ। ਗਿਆਨ ਦੀ ਵਿਚਾਰ ਫਿਰ ਸ਼ਬਦ ਦਾ ਅਭਿਆਸ ਇਹਦੇ ਵਿੱਚ ਕੀ ਕਰਦਾ ਹੈ ਮਨ, ਕਿ ਬੰਦਾ ਆਪਣੇ ਤਨਮਈ ਕੋਸ਼ ਤੋਂ ਉੱਪਰ ਉੱਠ ਜਾਂਦਾ ਹੈ। ਤਨਮਈ ਕੋਸ਼ ਤੋਂ ਜਿਵੇਂ ਹੁਣ ਕਿਵੇਂ ਪਤਾ ਲੱਗੇ ਕਿ ਮਨੁੱਖ ਦੀ ਜਿਹੜੀ ਚੇਤਨਾ ਹੈ ਉਹ ਸਰੀਰ ਤੋਂ ਉੱਪਰ ਉੱਠ ਗਈ ਹੈ, ਉਹਦਾ ਭਾਵ ਹੈ ਕਿ ਸਰੀਰਕ ਪੱਧਰ ਦੇ ਜਿਹੜੇ ਰੋਗ, ਲੋੜਾਂ, ਹੋਰ ਸਾਰਾ ਕੁਝ ਹੈ ਉਹਦੇ ਲਈ ਬਹੁਤ ਮਨਫੀ ਹੋ ਜਾਂਦਾ ਹੈ। ਜਿਵੇਂ ਦੇਖੋ ਕਈ ਅਵਤਾਰੀ ਪੁਰਖਾਂ ਨੇ ਆਪਣੇ ਜੀਵਨ ਦੇ ਵਿੱਚ ਬਸਤਰ ਹੀ ਧਾਰਨ ਨਹੀਂ ਕੀਤਾ। ਉਹਦਾ ਭਾਵ ਸੀ ਕਿ ਉਹਨਾਂ ਦੀ ਜਿਹੜੀ ਆਤਮਿਕ ਉੱਚਤਾ ਸੀ ਉਹਨੇ ਇਸ ਗੱਲ ਦੀ ਵੀ ਲੋੜ ਨਾ ਸਮਝੀ। ਇਸ ਕਰਕੇ ਜਿਹਦੀ ਚੇਤਨਾ ਸਰੀਰ ਤੋਂ ਹੌਲੀ ਹੌਲੀ ਉੱਪਰ ਉੱਠਣਾ ਸ਼ੁਰੂ ਹੁੰਦੀ ਹੈ, ਉਹਦੀਆਂ ਤਨ ਦੀਆਂ ਲੋੜਾਂ ਜਾਂ ਤਨ ਦੀਆਂ ਚਿੰਤਾਵਾਂ ਜਾਂ ਤਨ ਦਾ ਜਿਤਨਾ ਵੀ ਪਸਾਰ ਹੈ ਉਹ ਘਟਦਾ ਹੈ। ਇਸ ਕਰਕੇ ਪਤਾ ਲੱਗਦਾ ਕਿ ਬੰਦਾ ਉੱਪਰ ਉੱਠ ਰਿਹਾ। ਦੂਜਾ ਅੱਗੇ ਜ਼ਿਕਰ ਆਉਂਦਾ ਹੈ, ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਹਰ ਹੀਰਾ। ਪਹਿਲਾਂ ਸਭ ਤੋਂ ਪਹਿਲਾਂ ਗਿਆਨ ਦਾ ਭਾਵ ਦ੍ਰਿੜ ਕੀਤਾ ਕਿ ਅਸੀਂ ਆਤਮ ਸਰੂਪ ਹਾਂ। ਤਾਂ ਕਰਕੇ ਬਾਣੀ 'ਚ ਵਾਕ ਆਉਂਦਾ, ਮਨ ਤੂੰ ਜੋਤ ਸਰੂਪ ਹੈ। ਕਿਉਂਕਿ ਜੇ ਆਕਾਰਾਂ ਵਿੱਚ ਰੱਖਾਂਗੇ, ਹੁਣ ਜਿਤਨੇ ਅਸੀਂ ਸਿੱਖ ਸ਼ਹੀਦਾਂ ਦਾ ਜ਼ਿਕਰ ਸ਼ਰਵਣ ਕਰਦੇ ਹਾਂ, ਉਹਨਾਂ ਦੇ ਕੋਲ ਅਧਿਆਤਮ ਅਭਿਆਸ ਦੀ ਇਹ ਸਾਧਨਾ ਸੀ ਕਿ ਜਿੱਥੇ ਬਿਲਕੁਲ ਜਬਰੋ ਜ਼ੁਲਮ ਬਣ ਗਿਆ ਹੈ ਉੱਥੇ ਆਪਣੇ ਸਰੀਰ ਦੀ ਪ੍ਰੈਜੈਂਸ ਨੂੰ ਸਿਫਰ ਕਰ ਲਓ ਅਤੇ ਆਪਣੀ ਆਤਮਾ ਦੀ ਪ੍ਰੈਜੈਂਸ ਮੰਨੋ, ਕਿਉਂਕਿ ਸਰੀਰ ਨੂੰ ਕੱਟ ਸਕਦੇ ਨੇ, ਜਲਾ ਸਕਦੇ ਨੇ। ਇਸ ਕਰਕੇ ਤਾਂ ਉਹ ਸ਼ਹੀਦ ਨਿਰਭਉ ਰਹੇ। ਤਾਂ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਹਰ ਹੀਰਾ। ਜਦੋਂ ਗਿਆਨ ਦੀ ਵਿਚਾਰ ਦੇ ਨਾਲ ਪਹਿਲਾਂ ਦ੍ਰਿੜ ਕਰਨਾ ਕਿ ਅਸੀਂ ਜੋਤ ਸਰੂਪ ਹਾਂ, ਅਤੇ ਇਹਦਾ ਸਾਨੂੰ ਰੋਜ਼ਾਨਾ ਯਾਦ ਕਰਵਾਈ ਜਾਂਦੀ ਹੈ। ਅਸੀਂ ਆਨੰਦ ਸਾਹਿਬ 'ਚ ਜੋ ਰੋਜ਼ਾਨਾ ਵਾਕ ਪੜ੍ਹਦੇ ਹਾਂ ਉਹ ਇਹੀ ਹੈ ਕਿ ਸਾਡੇ ਆਤਮਿਕ ਜੀਵਨ ਦੀ ਪ੍ਰਮੁੱਖਤਾ ਰੋਜ਼ ਸਾਡੇ ਜੀਵਨ 'ਚ ਵੱਧਦੀ ਜਾਏ ਅਤੇ ਅਸੀਂ ਉਸ ਪਰਮ ਸ਼ਕਤੀ ਦਾ ਆਪਣੇ ਅੰਦਰ ਅਭਿਆਸ ਕਰ ਸਕੀਏ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਫਿਰ ਇਸ ਤੋਂ ਅੱਗੇ ਗਿਆਨ ਦੀ ਵਿਚਾਰ ਮਨ। ਫਿਰ ਪਤਾ ਲੱਗਦਾ ਕਿ ਮਨ ਅਸਲ ਦੇ ਵਿੱਚ ਸ਼ਕਤੀ ਹੈ। ਜਦੋਂ ਇਹਦਾ ਵਹਿਣ ਨਿਵਾਣ ਵੱਲ ਹੁੰਦਾ ਹੈ ਉਦੋਂ ਇਹ ਧਾਤ ਨੂੰ ਜਨਮ ਦਿੰਦਾ। ਧਾਤ ਦਾ ਭਾਵ ਕਿ ਸੰਸਾਰ ਮੁਖੀ ਗੱਲਾਂ ਚੱਲਦੀਆਂ ਨੇ, ਮਾਇਆ ਮੁਖੀ ਇਹਦੇ ਅੰਦਰ ਫੁਰਨੇ ਚੱਲਦੇ ਨੇ। ਅਤੇ ਜਦੋਂ ਇਹਦਾ ਜੀਵਨ ਉੱਚਾ ਹੋ ਜਾਂਦਾ ਉਦੋਂ ਲਿਵ ਬਣ ਜਾਂਦੀ। ਇਸ ਕਰਕੇ ਮਨ ਮੂਲ ਦੇ ਵਿੱਚ ਸ਼ਕਤੀ ਹੈ। ਸ਼ਕਤੀ ਦਾ ਨੀਵਾਂ ਪ੍ਰਯੋਗ ਮਨਮੁਖ ਬਣਾ ਦਿੰਦਾ, ਉਚੇਰਾ ਪ੍ਰਯੋਗ ਗੁਰਮੁਖ ਬਣਾ ਦਿੰਦਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਫਿਰ ਉੱਥੇ ਸੁਚੇਤ ਹੋ ਕੇ ਮਨੁੱਖ ਆਕਾਰ ਦੇ ਡਰ ਤੋਂ ਵੀ ਮੁਕਤ ਹੋ ਜਾਂਦਾ ਅਤੇ ਮਨ ਦੇ ਡਰ ਭੈ ਤੋਂ ਵੀ ਮੁਕਤ ਹੋ ਜਾਂਦਾ, ਕਿਉਂਕਿ ਉਹਨੂੰ ਪਤਾ ਲੱਗਦਾ ਹੈ ਕਿ ਮੈਂ ਇਸ ਸ਼ਕਤੀ ਦਾ ਸਹੀ ਪ੍ਰਯੋਗ ਨਹੀਂ ਕਰ ਰਿਹਾ। ਜਦੋਂ ਇਹ ਦੋਵੇਂ ਡਰ ਬਿਨਸ ਜਾਂਦੇ ਹਨ, ਮਨ ਮਾਇਆ ਦੇ ਪ੍ਰਪੰਚ ਵਿੱਚੋਂ ਨਿਕਲ ਆਉਂਦਾ ਹੈ ਅਤੇ ਸਰੀਰ ਆਪਣੀ ਆਕਾਰਗਤ ਚੇਤਨਾ ਤੋਂ ਉੱਪਰ ਉੱਠ ਜਾਂਦਾ ਹੈ, ਫਿਰ ਇਕੱਲਾ ਆਤਮਾ ਦਾ ਜੀਵਨ ਵਾਪਰਦਾ। ਅਤੇ ਆਤਮਾ ਦੇ ਜੀਵਨ ਦੇ ਵਿੱਚ ਇਹ ਗੱਲ ਵਾਪਰਦੀ ਹੈ ਕਿ ਮਨੁੱਖ ਦੇ ਅੰਦਰ ਕਿਸੇ ਤਰ੍ਹਾਂ ਦਾ ਭੈ ਨਹੀਂ ਰਹਿੰਦਾ ਅਤੇ ਉਹ ਹਰੀ ਪ੍ਰਭੂ ਦੇ ਰੂਪ ਨਾਲ ਅਭੇਦ ਹੋ ਜਾਂਦਾ ਹੈ। ਉਹਦਾ ਉੱਚਤਮ ਗੁਣ ਮੈਂ ਆਰੰਭ ਵਿੱਚ ਜ਼ਿਕਰ ਕੀਤਾ ਸੀ ਕਿ ਹੀਰੇ ਦਾ ਭਾਵ ਹੈ ਉਸ ਪਰਮੇਸ਼ਰ ਦੀ ਅਮੋਲਕਤਾ ਨੂੰ ਧਾਰਨ ਕਰਨਾ। ਤਾਂ ਫਿਰ ਜਦੋਂ ਇਸ ਗੁਣ ਨੂੰ ਧਾਰਨ ਕਰਦਾ ਹੈ ਤਾਂ ਮਨੁੱਖ ਕੀ ਨਿਰਭਉ ਹੋ ਜਾਂਦਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਰ ਹੀਰਾ। ਹਰ ਭਾਵ ਹਰ ਦਾ ਗੁਣ ਹੈ ਨਿਰਭਉ। ਹੀਰਾ ਭਾਵ ਉਹ ਨਿਰਭਉਤਾ ਜਦ ਕਿਸੇ ਜੀਵਨ ਦੇ ਵਿੱਚ ਉਤਰਦੀ ਹੈ ਤਾਂ ਉਹ ਮਨੁੱਖ ਨਿਰਭੈ ਹੋ ਜਾਂਦਾ ਹੈ।
ਅੱਗੇ ਹੈ ਨਿਰਵੈਰ। ਮੈਂ ਕੇਵਲ ਦੋ ਵਿਸ਼ੇਸ਼ਣ ਹੀ ਰੱਖ ਰਿਹਾ, ਵਿਚਾਰ ਦੀ ਲੋੜ ਨੂੰ ਸਨਮੁਖ ਰੱਖਦੇ। ਦੂਜਾ ਹੈ ਨਿਰਵੈਰ। ਹੁਣ ਅਸੀਂ ਆਕਾਰਗਤ ਹੋਣ ਕਰਕੇ ਵੈਰੀ, ਸਾਡੇ ਅੰਦਰ ਆਕਾਰਗਤ ਚੇਤਨਾ ਦੇ ਨਾਲ ਹੀ ਵੈਰ ਭਾਵ ਆਉਂਦੇ ਨੇ। ਜਿਵੇਂ ਕੋਈ ਜ਼ਹਿਰੀਲਾ ਜੀਵ ਹੈ, ਉਹ ਵੀ ਆਕਾਰ ਵਿੱਚ ਹੈ, ਅਸੀਂ ਵੀ ਆਕਾਰ ਵਿੱਚ ਹਾਂ, ਜਾਂ ਉਹ ਸਾਡੀ ਹੋਂਦ ਨੂੰ ਜਾਂ ਅਸੀਂ ਉਹਦੀ ਹੋਂਦ ਨੂੰ ਹਰ ਵਕਤ ਦਬਾਉਣ ਦਾ, ਖਤਮ ਕਰਨ ਦਾ ਯਤਨ ਕਰਦੇ ਹਾਂ। ਹਰ ਆਕਾਰ ਇੱਕ ਦੂਜੇ ਦਾ ਵੈਰੀ ਹੈ। ਕੀੜੀ ਵੀ ਛੋਟੇ ਆਕਾਰ ਵਿੱਚ ਹੈ, ਪਰ ਉਹ ਹਸਤੀ ਵਰਗੇ, ਹਾਥੀ ਵਰਗੇ ਵੱਡੇ ਆਕਾਰ ਦੇ ਇੱਕ ਪ੍ਰਤੀਦਵੰਦੀ ਭਾਵਨਾ ਰੱਖਦੀ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਦੂਜਾ ਗੁਣ ਹੈ ਨਿਰਵੈਰ। ਤਾਂ ਹਰ ਹੀਰਾ ਦਾ ਦੂਜਾ ਅਮੋਲਕ ਗੁਣ ਕੀ ਹੈ? ਨਿਰਵੈਰ। ਮਨੁੱਖ ਆਕਾਰ ਵਿੱਚ ਹੋਣ ਕਰਕੇ ਵੈਰਤਾ ਪੈਦਾ ਹੁੰਦੀ ਹੈ। ਤਾਂ ਫਿਰ ਕੀ ਹੁੰਦਾ ਹੈ? ਉਹ ਆਕਾਰ ਕਰਕੇ ਪੈਦਾ ਹੁੰਦੀ ਹੈ। ਫਿਰ ਜਦੋਂ ਮਨ ਮਾਇਆ ਪ੍ਰਪੰਚ ਦੇ ਤਲ 'ਤੇ ਚੱਲਦਾ, ਫਿਰ ਜਦੋਂ ਆਪਣੀਆਂ ਸਥਿਤੀਆਂ ਨੂੰ ਦੂਜਿਆਂ ਦੇ ਨਾਲ ਵਾਚਦਾ ਹੈ, ਤਾਂ ਵੀ ਵੈਰ ਭਾਵ ਪੈਦਾ ਹੁੰਦਾ ਹੈ। ਇੱਥੇ ਵੈਰ ਦਾ ਭਾਵ ਦੁਸ਼ਮਣੀ ਨਾ ਲੈ ਲੈਣਾ। ਇੱਥੇ ਵੈਰ ਦਾ ਭਾਵ ਹੈ ਕਿ ਇੱਕ ਦੂਜੀ ਰਚਨਾ ਨੂੰ ਆਪਣੇ ਪ੍ਰਤੀਕੂਲ ਸਮਝਣਾ। ਮਾਲਕ ਨੇ ਸਾਰੇ ਸਾਂਝੇ ਰੂਪ 'ਚ ਪੈਦਾ ਕੀਤੇ ਨੇ। ਹੁਣ ਜਿਵੇਂ ਦੇਖੋ, ਜਨਮ ਸਮੇਂ ਬੱਚਾ ਜਿਸ ਖਾਨਦਾਨ ਦੇ ਵਿੱਚ ਪੈਦਾ ਹੋਇਆ, ਉਹ ਖਾਨਦਾਨ ਦਾ ਭਾਵੇਂ ਸਾਰਾ ਨਗਰ ਦੁਸ਼ਮਣ ਹੋਵੇ, ਪਰ ਬੱਚੇ ਨੂੰ ਤਾਂ ਕੁਝ ਨਹੀਂ ਪਤਾ। ਇਹ ਤਾਂ ਅਸੀਂ ਆਪਣੀ ਮਨ ਦੀਆਂ ਛੋਟੀਆਂ ਹਾਲਤਾਂ ਦੇ ਵਿੱਚੋਂ ਸੰਸਾਰ ਪੈਦਾ ਕੀਤਾ ਹੈ। ਉਂਝ ਪ੍ਰਭੂ ਨੇ ਤਾਂ ਕੁਝ ਨਹੀਂ ਪੈਦਾ ਕੀਤਾ। ਇਸ ਕਰਕੇ ਮਨ ਦੇ ਤਲ 'ਤੇ ਅਤੇ ਸਰੀਰ ਆਕਾਰਗਤ ਚੇਤਨਾ ਦੇ ਤਲ 'ਤੇ ਅਸੀਂ ਇੱਕ ਦੂਜੇ ਦੇ ਪ੍ਰਤੀਕੂਲ ਆਪਣੀ ਸਾਰੀ ਹਸਤੀ ਬਣਾ ਲੈਂਦੇ ਹਾਂ। ਤਾਂ ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਦੋਂ ਤੱਕ ਇਹ ਚੱਲਦਾ ਰਹਿੰਦਾ ਹੈ, ਮਨੁੱਖ ਧਰਤੀ 'ਤੇ ਅਧਰਮ ਕਰਦਾ ਹੀ ਰਹੇਗਾ। ਭਾਵ ਕਿ ਆਪ ਸੁੰਦਰ ਹੈ ਅਤੇ ਆਪਣੀ ਸੁੰਦਰਤਾ ਦੇ ਵੈਰ ਭਾਵ ਨੂੰ ਦੂਜੇ ਦੇ ਕੁਹਜ ਨਾਲ ਪ੍ਰਗਟਾਏਗਾ, ਆਪਣੀ ਅਮੀਰੀ ਨੂੰ ਦੂਜੇ ਦੀ ਨਿਰਧਨਤਾ ਦੇ ਨਾਲ ਪ੍ਰਗਟਾਏਗਾ। ਕਦੀ ਕਿਸੇ ਅਮੀਰ ਨੇ ਆਪਣੀ ਅਮੀਰੀ ਅਮੀਰਾਂ ਦੇ ਸਾਹਮਣੇ ਰੱਖ ਕੇ ਸਿੱਧ ਨਹੀਂ ਕੀਤੀ। ਉਹ ਗਰੀਬਾਂ ਦੀ ਇੱਕ ਕੈਟਾਗਰੀ ਤੁਹਾਡੇ ਸਾਹਮਣੇ ਰੱਖੇਗਾ ਅਤੇ ਫਿਰ ਦੱਸੇਗਾ ਮੇਰੇ ਕੋਲ ਇੰਨਾ ਹੈ। ਇਸ ਕਰਕੇ ਜਿਹੜੇ ਸੁਖਮਨੀ ਸਾਹਿਬ 'ਚ ਵਾਕ ਹੁੰਦਾ ਨਾ, ਜੋ ਜਾਣੈ ਮੈਂ ਜੋ ਬਨਵੰਤ, ਉਹਦਾ ਬੜਾ ਗਹਿਰਾ ਭਾਵ। ਉਹਦਾ ਭਾਵ ਇਹ ਹੈ ਕਿ ਮਨੁੱਖ ਦੀ ਸੁਰਤ ਜਿੱਥੇ ਜਾ ਕੇ ਆਪਣੇ ਆਪ ਨੂੰ ਵਿਸ਼ੇਸ਼ ਮੰਨਣ ਲੱਗ ਪੈਂਦੀ ਹੈ, ਉੱਥੇ ਉਹ ਹਉਮੈ ਨੂੰ ਹੋਰ ਪੀੜਾ ਕਰ ਦਿੰਦੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਰ ਹੀਰਾ ਫਿਰ ਆਪਣੇ ਆਪ ਨੂੰ ਸਭ ਤਰ੍ਹਾਂ ਦੀ ਨਿਰਵੈਰਤਾ ਦੇ ਵਿੱਚੋਂ ਕੱਢ ਲੈਣਾ, ਕਿਉਂਕਿ ਆਕਾਰਾਂ ਦਾ ਰੂਪ, ਰੰਗ ਸਭ ਕੁਝ ਵੱਖਰਾ ਹੁੰਦਾ ਹੈ, ਪਰ ਆਤਮ ਦਾ ਰੰਗ ਇੱਕੋ ਜਿਹਾ ਹੀ ਹੈ। ਸੋਲਾ ਸਾਹਿਬ ਦੀ ਬਾਣੀ 'ਚ ਬੜੇ ਕਮਾਲ ਦੇ ਵਚਨ ਨੇ, ਸਭ ਮੈਂ ਜੋਤ ਜੋਤ ਹੈ ਸੋਏ। ਜਦੋਂ ਇਸ ਰੂਪ ਨੂੰ ਚੀਨਦਾ ਹੈ ਮਨੁੱਖ, ਤਾਂ ਫਿਰ ਉਹ ਨਿਰਵੈਰ ਸਰੂਪ ਹੁੰਦਾ ਹੈ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਰੀ ਦੇ ਦੋ ਅਮੋਲਕ ਗੁਣ ਨੇ ਹੀਰੇ ਵਾਂਗ, ਜਿਹੜੇ ਇਹਨਾਂ ਨੂੰ ਕਮਾਉਂਦੇ ਹਨ। ਪਰ ਇਹਨਾਂ ਨੂੰ ਕਮਾਉਂਦੇ ਕੌਣ ਹਨ? ਜਨ ਜੌਹਰੀ, ਜਿਨ੍ਹਾਂ ਨੂੰ ਇਸ ਗੱਲ ਦੀ ਪਹਿਚਾਣ ਹੁੰਦੀ ਹੈ। ਹੁਣ ਅਸੀਂ ਰੋਜ਼ਾਨਾ ਦੇਖੋ ਬਾਣੀ ਪੜ੍ਹਦੇ ਹਾਂ, ਮੂਲ ਮੰਤਰ ਦਾ ਪਾਠ ਅਸੀਂ ਸਾਰੇ ਕਰਦੇ ਹਾਂ। ਅਸੀਂ ਕਦੀ ਗਹਿਰਾਈ ਦੇ ਨਾਲ ਸ਼ਾਇਦ ਹੀ ਕਦੇ ਇਹਨਾਂ ਗੱਲਾਂ ਨੂੰ ਵਾਚਿਆ ਹੋਵੇ ਕਿ ਜੋ ਅਸੀਂ ਰੋਜ਼ਾਨਾ ਪੜ੍ਹ ਰਹੇ ਹਾਂ, ਸਤਨਾਮ ਕਰਤਾ ਪੁਰਖ, ਇਹਦੇ ਸਾਰੇ ਹੀ ਪੱਖ, ਜੇ ਤੁਸੀਂ ਕਹੋ ਇਹਦੀ ਦਾਰਸ਼ਨਿਕ ਵਿਚਾਰ ਕਰਨੀ ਹੈ ਤਾਂ ਵੀ ਹੈ, ਜੇ ਕੋਈ ਕਵੇ ਮੈਂ ਇਹਨੂੰ ਇਕੱਲੀ ਸਾਧਨਾ ਮੰਨਦਾ, ਇਹ ਵੀ ਹੈ, ਜੇ ਕੋਈ ਕਵੇ ਕਿ ਇਹ ਕੇਵਲ ਗਿਆਨ ਦਾ ਹੀ ਇੱਕ ਪਰਸਪੈਕਟਿਵ ਹੈ, ਇਹ ਵੀ ਹੈ ਆਪਣੇ ਆਪ ਦੇ ਵਿੱਚ। ਇਹ ਸਾਰਾ ਕੁਝ ਹੀ ਹੈ ਮੂਲ ਮੰਤਰ ਆਪਣੇ ਆਪ ਦੇ ਵਿੱਚ। ਗੱਲ ਕੀ ਹੈ? ਹੁਣ ਜਿਵੇਂ ਕਰਤਾ ਪੁਰਖ ਹੈ, ਹੁਣ ਕਰਤਾ ਪੁਰਖ ਨੂੰ ਜੇ ਅਸੀਂ ਕਹਿਣਾ ਹੋਵੇ ਜੀ ਇਹ ਸਾਧਨਾ ਪੱਖ ਕਿਵੇਂ ਹੈ, ਕੋਈ ਪੁੱਛ ਰਿਹਾ ਜੀ ਕਰਤਾ ਪੁਰਖ ਸਾਧਨਾ ਕਿਵੇਂ ਹੁੰਦੀ ਹੈ। ਸਾਡਾ ਜਿਹੜਾ ਰਚਨਹਾਰ ਹੈ, ਜੋ ਵੀ ਸਾਡੀ ਹਸਤੀ ਰਚਨ ਵਾਲੀ ਹੈ, ਉਹ ਸਾਡੇ ਅੰਦਰ ਕਿਵੇਂ ਹੈ? ਸਰੀਰ ਅਤੇ ਉਹਦਾ ਬਣਿਆ ਹੋਇਆ ਆਕਾਰ ਹੈ, ਨਾਮ ਰੂਪ, ਪਤਾ ਲੱਗ ਰਿਹਾ ਕਿ ਸਾਡਾ ਸਰੀਰ ਬਣਿਆ, ਪਰ ਇਸ ਸਰੀਰ ਦਾ ਸੰਚਾਲਕ ਕੌਣ ਹੈ? ਉਹ ਸਾਡਾ ਆਤਮ ਰੂਪ ਹੈ। ਅਤੇ ਉਹਨੂੰ ਕੌਣ ਚਲਾ ਰਿਹਾ ਹੈ? ਇਸ ਗੱਲ ਨੂੰ ਜਿਹੜਾ ਜਾਣੂਗਾ ਉਹੀ ਕਰਤਾ ਪੁਰਖ ਦੇ ਅਭਿਆਸ ਵਿੱਚ ਜਾਊਗਾ ਕਿ ਕਰਤਾ ਮੇਰੇ ਅੰਦਰ ਹੈ, ਪਰ ਉਹਦੀ ਇੱਕ ਬਾਹਰ ਵੀ ਹੋਂਦ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਰ ਹੀਰਾ ਜਨ ਜੌਹਰੀ। ਹੁਣ ਜੌਹਰੀਆਂ ਕੋਲੋਂ ਪਛਾਣ ਹੁੰਦੀ ਹੈ, ਜੌਹਰੀਆਂ ਕੋਲ ਇੱਕ ਦ੍ਰਿਸ਼ਟੀ ਹੁੰਦੀ ਹੈ। ਦ੍ਰਿਸ਼ਟੀ ਕੀ ਹੁੰਦੀ ਹੈ ਕਿ ਉਹ ਵਸਤੂ ਨੂੰ ਪਹਿਚਾਣਦੇ ਹਨ। ਮੈਂ ਕਿਸੇ ਦਫਾ ਕਿਸੇ ਬਹੁਤ ਸਿਆਣੇ ਸੱਜਣ ਕੋਲ ਗੱਲ ਸੁਣੀ ਸੀ। ਕਹਿੰਦਾ ਜਿਹੜੇ ਬੜੇ ਉੱਚ ਪੱਧਰ ਦੇ ਹੀਰਿਆਂ ਦੇ ਵਪਾਰੀ ਹੁੰਦੇ ਨੇ, ਕਹਿੰਦਾ ਉਹ ਮਤਲਬ ਕਿਤੇ ਹਨੇਰਾ ਵੀ ਹੋਵੇ ਨਾ, ਅਤੇ ਹਨੇਰੇ ਦੇ ਵਿੱਚ ਆਪਣੀ ਹੱਥ ਦੀ ਰਗੜ ਨਾਲ ਹੀ ਦੱਸ ਦਿੰਦੇ ਨੇ ਕਿ ਇਹ ਸਹੀ ਹੈ ਕਿ ਗਲਤ ਹੈ, ਅਸਲ ਹੈ ਕਿ ਨਕਲ ਹੈ। ਮੈਂ ਕਿਹਾ ਉਹਦਾ ਕਾਰਨ ਹੋਏਗਾ ਕੋਈ? ਕਹਿੰਦਾ ਬਿਲਕੁਲ। ਕਹਿੰਦਾ ਉਹਦੇ ਵਿੱਚ ਕੁਝ ਇੱਕ ਖਾਸ ਤਰ੍ਹਾਂ ਦੀ ਸ਼ੋਅ ਹੁੰਦੀ ਹੈ, ਜਦੋਂ ਹੱਥਾਂ ਵਿੱਚ ਰਗੜੀ ਜਾਏ ਅਤੇ ਪਤਾ ਉਹ ਆਪਣੇ ਆਪ ਹੀ ਦੱਸ ਦਿੰਦੀ ਹੈ ਕਿ ਇਹ ਨਕਲ ਹੈ ਕਿ ਅਸਲ ਹੈ। ਕਹਿੰਦਾ ਇਹ ਉਹਨਾਂ ਨੂੰ ਹੀ ਪਤਾ ਹੁੰਦੀ। ਕਹਿੰਦਾ ਮੈਂ ਨੇੜਿਓਂ ਦੇਖਿਆ।
ਹੁਣ ਇਸ ਦ੍ਰਿਸ਼ਟੀ ਤੋਂ ਮੈਂ ਇਹ ਗੱਲ ਸਮਝੀ ਕਿ ਜਨ ਜੌਹਰੀ, ਕਿ ਜਦੋਂ ਅਸੀਂ ਗੁਰੂ ਦਾ ਸ਼ਬਦ ਉਪਦੇਸ਼ ਸੁਣਨਾ ਹੈ, ਸ਼ਬਦ ਦੀ ਵਿਚਾਰ ਸੁਣਨੀ ਹੈ, ਉਦੋਂ ਇਸ ਗਹਿਰਾਈ ਦੇ ਤਲ 'ਤੇ ਜਾਈਏ ਕਿ ਜੋ ਸ਼ਬਦ ਦਾ ਉਪਦੇਸ਼ ਹੈ, ਮਤਲਬ ਜਿਵੇਂ ਅਸੀਂ ਨਿਰਭਉ ਨਿਰਵੈਰ ਦੀ ਗੱਲ ਕੀਤੀ ਹੈ, ਸਮਝੀਏ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਬਾਹਰੋਂ ਤਾਂ ਸਾਬਤ ਕਰ ਦਿੰਦੇ ਕਿ ਅਸੀਂ ਕਿਸੇ ਦਾ ਡਰ ਨਹੀਂ ਮੰਨਦੇ, ਪਰ ਅੰਤਰ ਮਨ ਦੇ ਵਿੱਚ ਜਿਹੜੇ ਸਾਡੇ ਮਨ ਦੇ, ਸਾਡੀ ਬੁੱਧੀ ਦੇ ਵਿਕਾਰਾਂ ਵਾਲੇ ਸਹਿਮ ਚੱਲ ਰਹੇ ਨੇ, ਉਹਨਾਂ ਤੋਂ ਕਿੰਨੇ ਕੁ ਰਹਿਤ ਹਾਂ। ਬਾਹਰੋਂ ਤਾਂ ਅਸੀਂ ਆਪਣੇ ਵਸੀਲੇ ਕਰਕੇ ਆਪਣੇ ਆਪ ਨੂੰ ਨਿਰਭਉ ਸਾਬਤ ਕੀਤਾ ਹੋਇਆ ਹੈ, ਪਰ ਅੰਤਰ ਮਨ ਦੇ ਵਿੱਚ ਜਿਹੜਾ ਮ੍ਰਿਤੂ ਦਾ ਸੰਕਟ ਹੈ, ਉਹਦੇ ਤੋਂ ਡਰ ਤੋਂ ਕਿੰਨਾ ਕੁ ਮੁਕਤ ਹੋ ਗਏ ਹਾਂ। ਇਸ ਗੱਲ ਨੂੰ ਜਿਹੜਾ ਦੀਰਘ ਵਿਚਾਰੂਗਾ ਉਹ ਜੌਹਰੀ ਹੋ ਜਾਏਗਾ। ਇਸ ਕਰਕੇ ਦੇਖੋ ਜਿੰਨੇ ਵੀ ਜਦੋਂ ਸਰਮੱਧ ਨੂੰ ਔਰੰਗਜ਼ੇਬ ਨੇ ਉਹਦੀ ਖੱਲ ਲਾਉਣ ਦਾ ਹੁਕਮ ਕੀਤਾ, ਚਮੜੀ ਲਾਉਣ ਦਾ, ਤਾਂ ਉਹਨੂੰ ਕਿਸੇ ਨੇ ਕਿਹਾ ਵੀ ਸਰਮੱਧ ਤੈਨੂੰ ਡਰ ਨਹੀਂ ਵਿਆਪਦਾ? ਕਹਿੰਦਾ ਇਹੀ ਸਮੱਸਿਆ ਹੈ, ਇਹੀ ਸਮੱਸਿਆ ਕਹਿੰਦਾ ਸਾਡੀ ਅਤੇ ਸੰਸਾਰੀਆਂ ਦੀ। ਕਹਿੰਦਾ ਕਿਵੇਂ? ਕਹਿੰਦਾ ਇਹਨਾਂ ਨੂੰ ਇਹ ਲੱਗਦਾ ਕਿ ਅਸੀਂ ਇਹਨਾਂ ਦਾ ਸਰੀਰ ਖਤਮ ਕਰ ਦਿਆਂਗੇ ਅਤੇ ਇਹ ਖਤਮ ਹੋ ਜਾਣਗੇ। ਕਹਿੰਦਾ ਮੇਰਾ ਤਾਂ ਜੀਵਨ ਸਰੀਰ ਹੈ ਹੀ ਨਹੀਂ। ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਹੈ, ਅਸੀਂ ਉਹਨੂੰ ਸ਼ਹਾਦਤ ਕਿਉਂ ਕਹਿੰਦੇ ਹਾਂ? ਉਹਨੂੰ ਬਲੀਦਾਨ ਕਿਉਂ ਨਹੀਂ ਕਹਿੰਦੇ? ਕੁਰਬਾਨੀ ਕਿਉਂ ਨਹੀਂ ਕਹਿੰਦੇ? ਸ਼ਹਾਦਤ ਦਾ ਮਤਲਬ ਹੈ ਵੀ ਉਹ ਸਾਖੀ ਹੈ, ਉਹ ਧਰਤੀ 'ਤੇ ਜੋਤ ਰੂਪ ਕਰਕੇ ਉਤਰੀ ਹੈ, ਅਤੇ ਉਹ ਜੋਤ ਹੀ ਉਹਦਾ ਅਸਲ ਹੈ। ਸਰੀਰ ਤੇ ਉਹਨੇ ਮਾਧਿਅਮ ਬਣਾਇਆ ਹੈ, ਅਤੇ ਸੰਸਾਰ ਸਮਝਦਾ ਹੈ ਕਿ ਮਾਧਿਅਮ ਨੂੰ ਖਤਮ ਕਰ ਦਈਏ ਅਤੇ ਸ਼ਾਇਦ ਗੱਲ ਨਾ ਰਹੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਨ ਜੌਹਰੀ, ਜਿਹੜੇ ਜੌਹਰੀ ਹੋ ਜਾਂਦੇ ਨੇ। ਹੁਣ ਜੌਹਰੀਆਂ ਦੇ ਲੱਛਣ ਦੱਸਦੇ ਹਾਂ ਕੁਝ, ਤਾਂ ਕਿ ਗੱਲ ਸਮਝ ਆ ਜਾਏ। ਜਿਹੜਾ ਰੋਜ਼ਾਨਾ ਗੁਰੂ ਸ਼ਬਦ ਵਿਚਾਰ ਸੁਣਨ ਗੁਰੂ ਦੁਆਰ ਆਉਂਦਾ ਹੈ, ਜਗਿਆਸੂ ਭਾਵ ਲੈ ਕੇ, ਟਾਈਮ ਪਾਸ ਨਹੀਂ, ਜਗਿਆਸੂ ਭਾਵ ਲੈ ਕੇ। ਜਗਿਆਸੂ ਦਾ ਮਤਲਬ ਕਿ ਰੋਜ਼ ਬਹੁਤਾ ਨਹੀਂ ਅਤੇ ਘੱਟੋ ਘੱਟ 2 ਗੱਲਾਂ ਤਾਂ ਯਾਦ ਕਰਕੇ ਜਾਂਦਾ ਹੀ ਹੈ ਘਰੇ ਚੱਜ ਦੀਆਂ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਜਗਿਆਸੂ ਭਾਵ ਦੇ ਨਾਲ ਰੋਜ਼ ਸਤ ਸੰਗਤ 'ਚ ਬੈਠਦਾ ਹੈ, ਉਹ ਜੌਹਰੀ ਹੈ। ਫਿਰ ਉਸ ਤੋਂ ਅਗਲੀ ਜੌਹਰੀ ਹੋਣ ਦੇ ਉਹਦਾ ਲੱਛਣ ਕੀ ਹੈ ਕਿ ਉਹ ਗਿਆਨ ਦੀ ਗੱਲ ਨੂੰ ਬੜੇ ਨੁਕਤਿਆਂ ਤੋਂ ਵਾਚਦਾ ਹੈ। ਉਸ ਕਥਾ ਦੇ ਵਿੱਚ ਤਾਂ ਭਾਵੇਂ ਉਹਦੇ 2-3 ਨੁਕਤੇ ਦ੍ਰਿੜ ਕਰਾ ਦਿੱਤੇ ਜਾਣ, ਪਰ ਉਹ ਫਿਰ ਬੜੇ ਨੁਕਤਿਆਂ ਤੋਂ ਵਾਚਦਾ ਹੈ। ਜਿਵੇਂ ਕੋਈ ਲੋਭ ਦਾ ਹੀ ਵਿਕਾਰ ਦਾ ਖਿਆਲ ਹੈ, ਉਹ ਫਿਰ ਇੱਕ ਖਿਆਲ ਨੂੰ ਹੀ ਸਾਰਾ ਦਿਨ ਵਾਚਦਾ ਹੈ ਕਿ ਇਹ ਖਿਆਲ ਮੈਨੂੰ ਕਿੱਥੇ ਕਿੱਥੇ ਤੰਗ ਕਰਦਾ ਹੈ। ਇਸ ਤਰ੍ਹਾਂ ਦੀ ਭਾਵਨਾ ਰੱਖਣ ਵਾਲੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਨ ਜੌਹਰੀ। ਉਸ ਤੋਂ ਅੱਗੇ ਜੌਹਰੀਆਂ ਦਾ ਇੱਕ ਹੋਰ ਲੱਛਣ ਹੈ ਕਿ ਉਹਨਾਂ ਦੀ ਹਰ ਵੇਲੇ ਤਲਾਸ਼ ਰਹਿੰਦੀ ਹੈ, ਤਲਾਸ਼ ਰਹਿੰਦੀ। ਜਿਵੇਂ ਕੋਹੇ ਨੂਰ ਹੈ, ਇਹ ਵੀ ਕਿਸੇ ਜੌਹਰੀ ਨੂੰ ਤਲਾਸ਼ ਦੇ ਵਿੱਚੋਂ ਹੀ ਲੱਭਿਆ ਸੀ। ਇੰਝ ਫਿਰ ਇੱਕ ਹੋਰ ਲੱਛਣ ਹੈ ਕਿ ਉਹਨਾਂ ਦੀ ਪ੍ਰੀਤ ਹੁੰਦੀ ਹੈ। ਉਹ ਇਸ ਗੱਲ ਦਾ ਬੜਾ ਹੁੰਦੇ ਨੇ। ਅੱਜ ਵੀ ਭਾਵੇਂ ਵਰਲਡ ਦੇ ਵਿੱਚ ਹੀਰਿਆਂ ਦਾ ਬੜਾ ਵੱਡਾ ਵਪਾਰ ਚੱਲਦਾ ਹੈ, ਪਰ ਜਿਹੜੀ ਹੀਰੇ ਦੀ ਕੈਰਟਨੈਸ ਹੁੰਦੀ ਹੈ, ਉਹਦੇ ਕਰਕੇ ਬੜੇ ਵਪਾਰੀ ਐਸਾ ਯਤਨ ਕਰਦੇ ਨੇ ਕਿ ਕੋਈ ਵੱਡੀ ਜਿਹੜੀ ਸਮਰੱਥਾ ਵਾਲਾ ਸਾਨੂੰ ਹੀਰਾ ਪ੍ਰਾਪਤ ਹੋਵੇ। ਉਹ ਲੱਗੇ ਰਹਿੰਦੇ ਨੇ ਹਰ ਵੇਲੇ ਇਸ ਤਰ੍ਹਾਂ ਦੀ ਯਤਨ ਵਿੱਚ। ਤਾਂ ਜਿਹੜੇ ਇਸ ਤਰ੍ਹਾਂ ਦੇ ਜਗਿਆਸੂ ਹੁੰਦੇ ਨੇ, ਉਹ ਇਸ ਤਰ੍ਹਾਂ ਦੀ ਪ੍ਰੀਤ ਭਾਵਨਾ, ਆਪਣੀ ਤਲਾਸ਼ ਅਤੇ ਰੋਜ਼ਾਨਾ ਉਸ ਮਕਸਦ ਦੇ ਨਾਲ ਜੁੜੇ ਰਹਿਣਾ, ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹ ਜੌਹਰੀ ਹਨ। ਅਤੇ ਇਸ ਕਰਕੇ ਉਹਨਾਂ ਨੂੰ ਜਦ ਅਨੁਭਵ ਰੂਪ ਰਤਨ ਮਿਲ ਜਾਂਦਾ ਹੈ, ਲੈ ਕੇ ਮੰਡੈ ਹਾਟ, ਫਿਰ ਉਹਨੂੰ ਲੈ ਕੇ ਪ੍ਰਾਪਤ ਕਰਕੇ ਆਪਣੇ ਹਿਰਦੇ ਅੰਦਰ ਧਾਰਨ ਕਰ ਲੈਂਦੇ ਹਨ। ਹੁਣ ਮਨੁੱਖ ਪੁੱਛੇਗਾ ਕਿ ਹਰ ਹੀਰਾ ਵੀ ਪਤਾ ਲੱਗ ਗਿਆ, ਕੀ ਗੱਲ ਹੈ? ਜਨ ਜੌਹਰੀ ਵੀ ਪਤਾ ਲੱਗ ਗਿਆ, ਪਰ ਜਿਹੜਾ ਹਰ ਹੀਰਾ ਪ੍ਰਾਪਤ ਕੀਤਾ, ਪਰਮੇਸ਼ਰ ਦੀ ਅਮੋਲਕਤਾ ਰੂਪ ਗੁਣ ਪ੍ਰਾਪਤ ਕੀਤਾ, ਉਹਨੂੰ ਹਿਰਦੇ ਵਿੱਚ ਰੱਖਿਆ ਕਿਵੇਂ? ਇਹਦਾ ਕਿਵੇਂ ਪਤਾ ਲੱਗੇ? ਹੁਣ ਕਿਸੇ ਬੰਦੇ ਦੀ ਜੇਬ ਦੇ ਅੰਦਰ ਕੋਈ ਵਸਤ ਪਈ ਹੈ, ਉੱਪਰ ਉਹਨੇ ਵਸਤਰ ਧਾਰਨ ਕੀਤਾ ਹੈ, ਤਾਂ ਕਿਵੇਂ ਪਤਾ ਲੱਗੇ ਕਿ ਉਹਦੇ ਆਪਣੀ ਜੇਬ ਦੇ ਵਿੱਚ ਉਹ ਕੀਮਤੀ ਸ਼ੈ ਪਾਈ ਹੋਈ ਹੈ? ਜਾਂ ਤਾਂ ਉਹ ਕੱਢ ਕੇ ਦਿਖਾ ਦੇ, ਜਾਂ ਜਦੋਂ ਸਥਿਤੀ ਬਣੇਗੀ ਤਾਂ ਪਤਾ ਲੱਗ ਜਾਏਗਾ। ਜਿਵੇਂ ਮਨੁੱਖ ਦੇ ਪਾਸ ਅੱਜ ਜਿਵੇਂ ਸਮਾਂ ਹੈ, ਜਿਹੜਾ ਸਥੂਲ ਰੂਪ ਦੇ ਵਿੱਚ ਮਾਇਆ ਨਹੀਂ ਹੁੰਦੀ ਉਹਦੇ ਕੋਲ ਕਾਰਡ ਵਗੈਰਾ ਹੁੰਦੇ ਨੇ, ਤਾਂ ਭਾਵੇਂ ਹੈ ਤਾਂ ਕਾਰਡ, ਪਰ ਜੋ ਸਥਿਤੀ ਬਣੇਗੀ ਉਹ ਕਾਰਡ ਆਪਣੀ ਸਮਰੱਥਾ ਪ੍ਰਗਟ ਕਰ ਦੇਗਾ ਕਿ ਉਹਨੂੰ ਮਾੜਾ ਜਿਹਾ ਘਸਾ ਕੇ ਅਤੇ ਜਿੰਨੇ ਮਰਜ਼ੀ ਪੈਸੇ ਕਢਵਾ ਲਏ ਜਾਣ। ਇੰਝ ਹੀ ਲੈ ਕੇ ਮੰਡੈ ਹਾਟ, ਜਿਨ੍ਹਾਂ ਦੇ ਅੰਤਰ ਹਿਰਦੇ ਵਿੱਚ ਪ੍ਰਭੂ ਸਮਾਇਆ ਹੋਇਆ ਹੈ, ਉਹਨਾਂ ਦੀ ਜੀਵਨ ਦੇ ਤਰਜੋ ਤੌਰ ਦੱਸ ਦਿੰਦੇ ਹਨ ਕਿ ਇਹਨਾਂ ਦੇ ਹਿਰਦੇ ਅੰਦਰ ਪ੍ਰਭੂ ਸਮਾਇਆ ਹੋਇਆ ਹੈ। ਉਹ ਹੁਣ ਕਿਸ ਰੂਪ ਦੇ ਵਿੱਚ ਆਪ ਦੇ ਸਨਮੁਖ ਪ੍ਰਮਾਣ ਰੱਖਾਂ। ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਕਵਿਤਾ ਹੈ, ਉਹਦੇ ਵਿੱਚ ਉਹ ਜ਼ਿਕਰ ਕਰਦੇ ਹਨ ਕਿ ਜਿਨ੍ਹਾਂ ਨੇ ਪ੍ਰਭੂ ਨੂੰ ਪ੍ਰਾਪਤ ਕਰਕੇ, ਪ੍ਰਭੂ ਰੂਪ ਹੀਰੇ ਨੂੰ ਪ੍ਰਾਪਤ ਕਰਕੇ ਜੌਹਰੀਆਂ ਵਾਂਗ ਆਪਣੇ ਪਾਸ ਰੱਖਿਆ ਹੋਇਆ ਹੈ, ਉਹ ਕਿਵੇਂ ਦੇ ਹੁੰਦੇ ਹਨ? ਕਿਵੇਂ ਪਤਾ ਲੱਗੇ ਕਿ ਇਹਨਾਂ ਦੇ ਹਿਰਦੇ 'ਚ ਪ੍ਰਭੂ ਵਸਿਆ ਹੋਇਆ ਹੈ? ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਤ ਸਤ ਸਿੰਘਾਸਨ, ਉਹ ਆਪਣੇ ਮਨ ਨੂੰ
ਵਕਾਰਾਂ ਦੇ, ਮਾਇਆ ਦੇ ਸਭ ਤਰ੍ਹਾਂ ਦੇ ਫੁਰਨਿਆਂ ਤੋਂ ਵਰਜ ਕੇ ਰੱਖਦੇ ਹਨ। ਜਤ ਭਾਵ ਸੰਜਮ ਬਣਾਉਂਦੇ ਨੇ, ਸ਼ੁੱਧ ਸੰਜਮ ਆਪਣੇ ਆਪ ਦਾ। ਉਹ ਬਾਹਰੋਂ ਸਰੀਰ ਧੋਣ ਨੂੰ ਜਾਂ ਉੱਜਲ ਵਸਤਰ ਧਾਰਨ ਕਰਨ ਨੂੰ ਬਹੁਤੀ ਪ੍ਰਮੁੱਖਤਾ ਨਹੀਂ ਦਿੰਦੇ। ਉਹ ਆਪਣੇ ਅੰਤਰ ਮਨ ਨੂੰ ਸ਼ਵੱਛ ਰੱਖਦੇ ਹਨ। ਜਿਵੇਂ ਮੈਂ ਇੱਕ ਦਫਾ ਅੱਗੇ ਵੀ ਕਈ ਵਾਰੀ ਬੇਨਤੀ ਕੀਤੀ, ਅਲਗ ਜਾਲੀ ਸਾਹਿਬ ਨੇ ਇੱਕ ਵਾਰੀ ਲਾਲਚ ਦਾ ਖਿਆਲ ਆਇਆ, ਉਹ ਕਈ ਦਿਨ ਰੁਦਨ ਕਰਦੇ ਰਹੇ। ਇਸੇ ਤਰ੍ਹਾਂ ਹੀ ਆਪਣੇ ਮਨ ਦੇ ਅੰਦਰ ਲੋਭ ਦੇ ਵਕਾਰਾਂ ਦੇ ਕਿਸੇ ਫੁਰਨੇ ਨੂੰ ਨਾ ਰਹਿਣ ਦੇਣਾ। ਇਸ ਤਰ੍ਹਾਂ ਦਾ ਜੱਤ ਵਾਲਾ ਜੀਵਨ ਜਦੋਂ ਸੱਤ ਭਾਵ ਕਿ ਸਚਿਆਰ ਹੋ ਜਾਂਦਾ ਹੈ ਅਤੇ ਇਹ ਉਹਨਾਂ ਦਾ ਸਿੰਘਾਸਨ ਬਣ ਜਾਂਦਾ। ਭਾਵ ਕਿ ਜਿਹੜੇ ਗੁਰਮੁਖ ਹਨ, ਜਿਨ੍ਹਾਂ ਦੀ ਹਿਰਦੇ ਅੰਦਰ ਪ੍ਰਭੂ ਸਮਾਇਆ ਹੈ, ਉਹ ਰੋਜ਼ਾਨਾ ਇਸ ਸਿੰਘਾਸਣ 'ਤੇ ਬਹਿੰਦੇ ਹਨ ਕਿ ਅਸੀਂ ਆਪਣੇ ਪੂਰੇ ਮਾਲਕ ਹਾਂ। ਪੂਰੇ ਮਾਲਕ ਦਾ ਭਾਵ ਕਿ ਮਨ ਦਾ ਕੋਈ ਫੁਰਨਾ ਸਾਨੂੰ ਅਸ਼ਾਂਤ ਨਹੀਂ ਕਰ ਸਕਦਾ ਅਤੇ ਨਾ ਹੀ ਸਾਡੇ ਮਨ ਦੇ ਖੇਤਰ ਵਿੱਚ ਵਾਪਰ ਸਕਦਾ ਹੈ। ਇਹ ਉਹਨਾਂ ਦਾ ਪਹਿਲਾ ਲੱਛਣ ਹੈ। ਅੱਗੇ ਆਖਦੇ ਨੇ ਸਹਿਜ ਸੰਤੋਖ ਮੰਤਰੀ। ਫਿਰ ਜੀਵਨ ਦੇ ਵਿੱਚ ਬੜੇ ਤਾਣ ਹੁੰਦੇ ਹਨ, ਬੁੱਧੀ ਦਾ ਤਾਣ ਹੁੰਦਾ ਹੈ, ਬੜਾ ਕੁਝ, ਪਰ ਕਹਿੰਦੇ ਸਾਰਾ ਕੁਝ ਉਹਨਾਂ ਦਾ ਸਹਿਜ ਦੇ ਵਿੱਚ ਹੁੰਦਾ। ਸਹਿਜ ਦਾ ਭਾਵ ਕੋਈ ਇੱਕ ਤਰ੍ਹਾਂ ਦੀ ਖਾਹਿਸ਼ ਬਚਦੀ ਨਹੀਂ ਕਿ ਕੁਝ ਯਤਨ ਕੀਤਾ ਜਾਵੇ, ਨਿਸ਼ਕਿਰੇ ਹੋ ਜਾਂਦੇ ਨੇ, ਬਿਲਕੁਲ ਪ੍ਰਭੂ ਦੇ ਹੁਕਮ ਵਿੱਚ ਲੀਨ, ਜਿਵੇਂ ਵੀ ਹੋਏਗਾ ਠੀਕ। ਸੰਤੋਖ ਮੰਤਰੀ, ਅਤੇ ਮੰਤਰੀ ਦਾ ਭਾਵ ਜਿਹੜਾ ਸੰਤੋਖ ਹੈ ਉਹਨਾਂ ਦਾ ਸਲਾਹਕਾਰ ਬਣ ਜਾਂਦਾ ਹੈ। ਫਿਰ ਉਹਨਾਂ ਦਾ ਬਚਨ, ਇੱਥੇ ਇੱਕ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਹੋਰ ਗੱਲ ਲਿਖੀ ਕਿ ਜਿਹੜਾ ਸੰਤੋਖ ਹੈ, ਜਦੋਂ ਕਿਸੇ ਦੇ ਜੀਵਨ 'ਚ ਸਹੀ ਤਰ੍ਹਾਂ ਢਲਦਾ ਹੈ ਨਾ, ਉਦੋਂ ਹੀ ਉਹ ਦੂਜਿਆਂ ਨੂੰ ਸੰਤੋਖੀ ਬਣਾ ਸਕਦਾ। ਸੰਤੋਖ ਦਾ ਭਾਵ ਹੁੰਦਾ ਟਿਕੇ ਹੋਣਾ। ਅਸੀਂ ਕੁਝ ਉਹਦੇ ਹੋਰ ਸਮਝਦੇ ਹਾਂ ਕਿ ਧਨ ਤੋਂ ਸਾਡਾ ਮੋਹ ਹਟ ਜਾਣਾ ਸੰਤੋਖ ਹੈ। ਸੰਤੋਖੀ ਦਾ ਅਰਥ ਟਿਕੇ ਹੋਣਾ ਕਿ ਮੇਰੀ ਭਟਕਣ ਹੀ ਕੋਈ ਨਹੀਂ, ਭਾਵੇਂ ਦੁਨੀਆ ਦੀ ਦੌੜ ਲੱਗੀ ਹੋਈ ਹੈ, ਮੇਰੀ ਭਟਕਣ ਹੀ ਕੋਈ ਨਹੀਂ। ਮੈਨੂੰ ਦੁਨੀਆ ਨੂੰ ਕਰੋੜਾਂ ਦੀ ਚਾਹਤ ਹੈ, ਮੈਨੂੰ ਇੱਕ ਕੌਡੀ ਦੀ ਵੀ ਚਾਹਤ ਨਹੀਂ ਹੈ। ਚਾਹਤ ਹੀ ਨਾ ਅੰਦਰੋਂ ਹੋਣਾ, ਇਹ ਸੰਤੋਖ ਦਾ ਟਿਕਾਅ ਪੈਦਾ ਕਰਦੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਫਿਰ ਉਹਨਾਂ ਦਾ ਸੰਤੋਖ ਦਾ ਗੁਣ ਵਾਕ ਕਰਕੇ ਅਤੇ ਸਰੀਰ ਕਰਕੇ ਦੁਨੀਆ ਨੂੰ ਪ੍ਰਭਾਵਿਤ ਕਰਦਾ ਹੈ, ਅਤੇ ਉਹ ਫਿਰ ਦੁਨੀਆ ਨੂੰ ਠੀਕ ਰਾਹ 'ਤੇ ਪਾਉਂਦੇ ਹਨ। ਪਤਾ ਲੱਗਦਾ ਕਿ ਇਹਨਾਂ ਦੇ ਕੋਲੇ ਧਨ ਆਇਆ। ਸਹਿ ਸੰਤੋਖ ਮੰਤਰੀ ਧਰਮ ਧੀਰਜ ਤੁਜਾ ਅਬ ਚਲ ਰਾਜ ਹੈ। ਫਿਰ ਕਹਿੰਦੇ ਜਦੋਂ ਕੋਈ ਗੱਲ ਕਰਨਗੇ, ਉਹਨਾਂ ਦੀ ਗੱਲ ਵਿੱਚੋਂ ਧਰਮ ਦਾ ਸਿਖਰ ਪ੍ਰਗਟ ਹੋਏਗਾ। ਹੁਣ ਜੇ ਮੈਂ ਕੱਲ੍ਹ ਕਿਸੇ ਜਗ੍ਹਾ ਵਿਚਾਰ ਲਿਖਿਆ ਸੀ ਕਿ ਅਸੀਂ ਧਰਮ ਨੂੰ ਨਾ ਬਾਰੀ ਰੂਪਾਂ 'ਚ ਦੇਖਦੇ ਹਾਂ, ਅਤੇ ਉਹਦੇ ਵਿੱਚ ਹੀ ਸਾਡੇ ਕਥਾਕਾਰ ਜਾਂ ਹੋਰ ਸਾਰੇ ਕਹੀ ਜਾਂਦੇ ਨੇ ਪਖੰਡ ਹੈ, ਨਕਲ ਹੈ, ਵਗੈਰਾ। ਪਰ ਜੇ ਇਹਦਾ ਅਸਲ ਰੂਪ ਦੇਖੋਗੇ ਤਾਂ ਇਹ ਆਤਮਿਕ ਜੀਵਨ ਦੀ ਉਚਾਈ ਵਾਲਾ ਹੁੰਦਾ ਹੈ। ਇਸ ਕਰਕੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਧਰਮ ਧੀਰਜ ਤੁਜਾ, ਉਹਨਾਂ ਦੀ ਗੱਲ ਵਿੱਚ ਧਰਮ ਦੀ ਸਿਖਰਲੀ ਉਚਾਈ ਹੋਏਗੀ। ਅਬ ਚੱਲ ਰਾਜ ਹੈ, ਅਤੇ ਜਦੋਂ ਕਿਤੇ ਉਹ ਵਚਨ ਵਿਚਾਰ ਦੀ ਜਾਂ ਕਿਤੇ ਬੈਠਣਗੇ, ਕਿਤੇ ਗੱਲਬਾਤ ਕਰਨਗੇ, ਅਤੇ ਉਹ ਗਿਆਨ ਦਾ ਇੱਕ ਮੰਡਲ ਬਣਾ ਦੇਣਗੇ ਉੱਥੇ, ਜਿੱਥੇ ਮਨੁੱਖਾਂ ਨੂੰ ਚਾਹ ਚੜ੍ਹ ਜਾਏਗਾ ਅਤੇ ਮਨੁੱਖ ਜਿਹੜੇ ਹਨ ਮਾਇਆ ਦੀ ਮੈਲ ਛੱਡ ਕੇ ਉੱਚੇ ਜੀਵਨ ਵਾਲੇ ਹੋ ਜਾਣਗੇ, ਅਤੇ ਪਤਾ ਲੱਗ ਜਾਏਗਾ ਕਿ ਇਹਨਾਂ ਦੇ ਹਿਰਦੇ ਅੰਦਰ ਪ੍ਰਭੂ ਸਮਾਇਆ ਹੈ। ਗੁਰੂ ਨਾਨਕ ਸਾਹਿਬ ਜੀ ਬਾਰੇ ਨਾ ਭਾਈ ਗੁਰਦਾਸ ਸਾਹਿਬ ਜੀ ਨੇ ਗੱਲ ਕਹੀ ਹੈ, ਕਹਿੰਦੇ ਦਿੱਤੀ ਵਾਂਗ ਨਿਵਾਜ ਕਰ ਸੁਨ ਸਮਾਨ ਹੋਆ ਜਹਾਨਾ। ਕਿ ਗੁਰੂ ਨਾਨਕ ਸਾਹਿਬ ਜੀ ਨੇ ਬਗਦਾਦ ਜਾ ਕੇ ਜਿਵੇਂ ਉਹ ਵਾਂਗ ਦਿੰਦੇ ਨੇ ਨਮਾਜ਼ ਤੋਂ ਪਹਿਲਾਂ, ਗੁਰੂ ਨਾਨਕ ਸਾਹਿਬ ਜੀ ਨੇ ਅਕਾਲ ਪੁਰਖ ਦੀ ਸਿਫਤ ਸਲਾਹ ਦੇ ਨਾਲ ਸ਼ਬਦ ਉਚਾਰਿਆ, ਅਤੇ ਉਸ ਸ਼ਬਦ ਦਾ ਇੰਨਾ ਪ੍ਰਭਾਵ ਸੀ ਕਿ ਸਾਰੀ ਬਗਦਾਦ ਨਗਰੀ ਅੰਦਰ ਜਿਨ੍ਹਾਂ ਦੇ ਬੇਮੁਖਤਾ ਮਨ ਦੀ ਮੈਲ ਵਾਲੇ ਜਿੰਨੇ ਮਨ ਸਨ, ਉਹ ਕਹਿੰਦੇ ਸਾਰੇ ਮਨਾਂ ਦੇ ਅੰਦਰ ਇੱਕ ਸੁੰਨ ਵਾਪਰ ਗਈ। ਕਿਸੇ ਨੂੰ ਖਿਆਲ ਹੀ ਨਹੀਂ ਰਿਹਾ ਕਿ ਮੈਂ ਪਾਪੀ ਹਾਂ, ਪਵਿੱਤਰ ਹਾਂ। ਮਤਲਬ ਇੰਨਾ ਵੱਡਾ ਉਹਨਾਂ ਦੀ ਬੰਦਗੀ ਦਾ ਪ੍ਰਭਾਵ ਹੈ। ਅਬ ਚੱਲ ਰਾਜ, ਅੱਗੇ ਆਖਦੇ ਨੇ ਸ਼ਿਵ ਨਗਰੀ ਨਿਵਾਸ। ਕਹਿੰਦੇ ਉਹਨਾਂ ਦਾ ਘਰ ਕੀ ਹੁੰਦਾ ਕਿ ਸਦਾ ਇੱਕ ਉੱਚੇ ਜੀਵਨ ਵਿੱਚ ਰਹਿੰਦੇ ਨੇ, ਕਦੀ ਹੇਠ ਆਉਂਦੇ ਹੀ ਨਹੀਂ। ਜਿਵੇਂ ਇੱਕ ਪੰਛੀ ਹਮਾਊ ਦਾ ਜ਼ਿਕਰ ਮੰਨਿਆ ਜਾਂਦਾ, ਉਹ ਮੰਨਦੇ ਕਿ ਕਦੀ ਉਹ ਧਰਤੀ 'ਤੇ ਨਹੀਂ ਉਤਰਦਾ, ਉਹ ਹਰ ਵਕਤ ਇੱਕ ਪਰਬਤ ਦੀ ਚੋਟੀ 'ਤੇ ਬਣਿਆ ਰਹਿੰਦਾ। ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲੋਂ ਬਾਜ ਸੀ, ਤਾਂ ਉਹ ਬਾਜ ਦਾ ਵੀ ਪ੍ਰਤੀਕ ਆਤਮਕ ਅਰਥ ਇਹ ਹੀ ਹੈ ਕਿ ਤੁਹਾਡੀ ਸੁਰਤ ਜਿਹੜੀ ਹੈ ਉਹ ਸਿਖਰ 'ਤੇ ਰਹੇ। ਕਹਿੰਦੇ ਸ਼ਿਵ ਨਗਰੀ ਨਿਵਾਸ, ਉਹਨਾਂ ਦਾ ਖਿਆਲ, ਉਹਨਾਂ ਦਾ ਚਿੰਤਨ ਸਿਖਰ 'ਤੇ ਰਹਿੰਦਾ ਹੈ। ਦਇਆ ਦੁਲਹਨੀ ਮਿਲੀ, ਅਤੇ ਕਹਿੰਦੀ ਜਿਹੜੇ ਦਇਆ ਹੁੰਦੀ ਹੈ ਉਹਨਾਂ ਨੂੰ ਦੁਲਹਨੀ ਭਾਵ ਵਹੁਟੀ ਦੇ ਰੂਪ ਵਿੱਚ ਮਿਲੀ ਹੁੰਦੀ ਹੈ। ਭਾਵ ਕਿ ਜਿਵੇਂ ਮਨੁੱਖ ਆਪਣੇ ਆਪ ਦੀ ਪੂਰਨਤਾ ਗ੍ਰਸਤ ਵਿੱਚ ਮੰਨਦਾ ਹੈ, ਇਵੇਂ ਉਹ ਆਪਣੀ ਪੂਰਨਤਾ ਦਇਆ ਦੇ ਗੁਣ ਨਾਲ ਮੰਨਦੇ ਹਨ, ਅਤੇ ਹਰ ਵਕਤ ਉਹਨਾਂ ਤੋਂ ਸਹਿਜੇ ਪ੍ਰਵਾਹਿਤ ਹੁੰਦੀ ਰਹਿੰਦੀ ਹੈ। ਦਇਆ ਦੁਲਹਨੀ ਮਿਲੀ ਭਾਗ ਤਉ ਭੰਡਾਰੀ ਭਾਉ ਭੋਜਨ ਸਕਾਜ ਹੈ। ਅਤੇ ਕਹਿੰਦੇ ਉਹ ਆਪਣਾ ਧਨ ਦੁਨਿਆਵੀ ਧਨ ਨਹੀਂ ਮੰਨਦੇ, ਉਹ ਮੰਨਦੇ ਹਨ ਕਿ ਅਸੀਂ ਕੁਝ ਵੀ ਕਰਨਾ ਹੈ ਅਤੇ ਪ੍ਰਭੂ ਦੀ ਯਾਦ ਦਾ ਜਿੰਨਾ ਧਨ ਹੈ ਉਹ ਸਾਡੇ ਪਾਸ ਹੋਏਗਾ। ਭਾਗ ਤੋਂ ਭੰਡਾਰੀ ਭਾਉ ਭੋਜਨ ਸਕਾਜ, ਅਰਥ ਵਿਚਾਰ ਪਰਮਾਰਥ ਕੈ ਰਾਜਨੀਤ। ਕਹਿੰਦੇ ਉਹਨਾਂ ਦੀ ਰਾਜਨੀਤੀ ਕੀ ਹੁੰਦੀ ਹੈ
ਕਿ ਉਹ ਅਰਥ ਦੀ ਵਿਚਾਰ ਕਰਦੇ ਹਨ। ਅੱਜ ਸਾਡੀ ਰਾਜਨੀਤੀ ਕੀ ਹੈ? ਦੂਜਿਆਂ ਨੂੰ ਕੰਟਰੋਲ ਕਰਨਾ, ਦੂਜੇ ਨੂੰ ਦਬਾਉਣਾ, ਦੂਜੇ ਦਾ ਅਹਿਤ ਕਰਨਾ, ਇਹੀ ਹੈ ਸਾਰਾ। ਪਰ ਕਹਿੰਦੇ ਉਹਨਾਂ ਦੀ ਰਾਜਨੀਤੀ, ਜਿਨ੍ਹਾਂ ਦੇ ਹਿਰਦੇ ਅੰਦਰ ਹਰ ਹੀਰਾ ਸਮਾਇਆ ਹੋਇਆ ਹੈ, ਅਰਥ ਵਿਚਾਰ, ਉਹ ਧਰਤੀ ਦੇ ਹਰੇਕ ਬੰਦੇ ਦੀ ਛੋਟੀ ਤੋਂ ਛੋਟੀ ਸੂਖਮ ਅਵਹੇਲਨਾ ਨੂੰ ਵਿਚਾਰ ਕੇ ਉਹਦੇ ਲਈ ਧਰਮ ਦਾ ਸਿਧਾਂਤ ਪੈਦਾ ਕਰ ਦਿੰਦੇ ਹਨ, ਉਹਦੇ ਲਈ ਅਰਥ ਪੈਦਾ ਕਰ ਦਿੰਦੇ ਹਨ। ਇਹ ਉਹਨਾਂ ਦੀ ਰਾਜਨੀਤ ਹੁੰਦੀ ਹੈ। ਆਖਦੇ ਹਨ ਅਰਥ ਵਿਚਾਰ ਪਰਮਾਰਥ ਕੈ ਰਾਜਨੀ ਛਤਰ ਪੱਤਰ ਛਿਮਾ। ਅਤੇ ਉਹਦੇ ਕਹਿੰਦੇ ਜਿਹੜਾ ਛਤਰ ਹੁੰਦਾ ਉਹ ਖਿਮਾ ਦਾ ਹੁੰਦਾ ਹੈ। ਵੱਡੇ ਤੋਂ ਵੱਡਾ ਅਵਗੁਣੀ ਵੀ ਆ ਜਾਏ, ਨਿੰਦਕ ਵੀ ਆ ਜਾਏ, ਕਿਰਤਕਣ ਵੀ ਆ ਜਾਏ, ਉਹਨੂੰ ਵੀ ਖਿਮਾ ਕਰ ਦਿੰਦੇ ਨੇ। ਛਿਮਾ ਸ਼ਬ ਸਾਜ ਹੈ, ਆਨੰਦ ਸਮੂਹ ਸੁਖ ਸ਼ਾਂਤ, ਪ੍ਰਜਾ ਪ੍ਰਸੰਨ ਜਗ ਮਗ ਜੋਤ, ਅਨਹਦ ਤੁਨ ਬਾਜ ਹੈ। ਇਹ ਉਹਨਾਂ ਦੇ ਲੱਛਣ ਹਨ ਜਿਨ੍ਹਾਂ ਤੋਂ ਪਤਾ ਲੱਗ ਜਾਂਦਾ ਹੈ ਲੇ ਕੈ ਮੰਡੈ ਹਾਟ, ਕਿ ਉਹਨਾਂ ਦੇ ਹਿਰਦੇ ਅੰਦਰ ਪ੍ਰਭੂ ਸਮਾਇਆ ਹੋਇਆ ਹੈ। ਹੁਣ ਕਈ ਸ਼ਾਇਦ ਆਪ ਜੀ ਨੇ ਕੋਈ ਸੰਤ ਪੁਰਖ ਦੇਖੇ ਹੋਣ, ਮੈਂ ਕਈ ਦਫਾ ਮੈਂ ਬਹੁਤ ਨੇੜਿਓਂ ਬਹੁਤ ਦੇਖੇ ਨੇ। ਉਹ ਇਸ ਕਰਕੇ ਦੇਖੇ ਨੇ ਕਿ ਗੁਰਬਾਣੀ ਦਾ ਸੱਚ ਸਮਝ 'ਚ ਆ ਜਾਵੇ, ਕਿ ਗੁਰਬਾਣੀ ਦਾ ਜੋ ਸੱਚ ਹੈ ਜੇ ਉਹਨੂੰ ਅਸੀਂ ਜੀਵੰਤ ਰੂਪ ਵਿੱਚ ਨਹੀਂ ਜਿਉਂਦੇ ਤਾਂ ਅਸੀਂ ਨਹੀਂ ਕਹਿ ਸਕਦੇ। ਜਿਵੇਂ ਨਾ ਮੈਂ ਸਰਲ ਜਿਹੀ ਗੱਲ ਰੱਖਦਿਆਂ, ਆ ਕਿਸੇ ਬੱਚੇ ਨੇ ਕੰਪੀਟੀਟਿਵ ਐਗਜ਼ਾਮ ਦੇਣਾ ਹੋਵੇ ਨਾ, ਉਹ ਨੈੱਟ 'ਤੇ 50 ਸਰਚਾਂ ਮਾਰਦਾ, ਉਹਦੇ ਮਾਤਾ ਪਿਤਾ 20 ਕੰਸਲਟੈਂਟਾਂ ਕੋਲੋਂ ਜਾਂਦੇ ਨੇ ਕਿ ਸਾਡਾ ਬੱਚਾ ਕਿਵੇਂ ਉਹਨੂੰ ਕਰੈਕ ਕਰ ਲਵੇ ਕਿਸੇ ਕੰਪੀਟੀਟਿਵ ਐਗਜ਼ਾਮ ਨੂੰ। ਜੇ ਤੁਸੀਂ ਅਧਿਆਤਮਿਕ ਦੀ ਸਿਖਰਤਾ ਪ੍ਰਾਪਤ ਕਰਨੀ ਹੈ ਅਤੇ ਇਕੱਲਾ ਗੁਰੂਦੁਆਰ 'ਤੇ ਆ ਕੇ ਥੋੜ੍ਹਾ ਗੱਲ ਬਣ ਜਾਣੀ ਹੈ। ਉਹਦੇ ਲਈ ਜੀਵਨ ਦੀ ਸਮੁੱਚੀ ਤਲਾਸ਼ ਕਰਨੀ ਪੈਂਦੀ ਹੈ, ਉਹਦੇ ਵਿੱਚ ਹੋਰ ਬੜੇ ਯਤਨ ਕਰਨੇ ਪੈਂਦੇ ਨੇ। ਨੇੜਿਓਂ ਦੇਖਿਆ ਕਿਸੇ ਦਫਾ ਇੱਕ ਪੁਰਖ ਦਾ ਜੀਵਨ ਦੇਖਿਆ, ਮੈਂ ਦੱਸਦਾ। ਇੱਕ ਦਫਾ ਉਹਨਾਂ ਦੇ ਕੋਲ ਕੋਈ ਬਹੁਤ ਵੱਡਾ ਜਗਿਆਸੂ ਜਾਂ ਦਾਨੀ ਕੋਈ ਮਨੁੱਖ ਆਇਆ, ਮਤਲਬ ਦੱਸ ਰਿਹਾ ਕਿ ਉਹਨਾਂ ਦੇ ਗੁਣ ਆਪਣੇ ਆਪ ਪ੍ਰਵਾਹਿਤ ਹੁੰਦੇ ਨੇ, ਕੋਈ ਵਿਸ਼ੇਸ਼ ਨਹੀਂ ਕਰਨਾ ਪੈਂਦਾ। ਤਾਂ ਉਹਨਾਂ ਦੇ ਪਾਸ ਆ ਕੇ ਬਹੁਤ ਸਾਰਾ ਧਨ ਭੇਟ ਕਰ ਦਿੱਤਾ, ਕੋਈ 1 ਲੱਖ ਰੁਪਏ ਦੇ ਕਰੀਬ ਰਾਸ਼ੀ। ਉਹ ਪਹਿਲਾਂ ਦੇਖਿਆ ਨਹੀਂ ਉਹਨਾਂ ਨੇ ਕਾਫੀ ਸਮਾਂ, ਬਾਅਦ ਦੇ ਵਿੱਚ ਉਹੀ ਫੜ ਕੇ ਉਹਨੂੰ ਪਕੜਾਉਂਦਿਆਂ ਕਹਿਣ ਲੱਗੇ ਕਿ ਇਹਦੀ ਲੋੜ ਇੱਥੇ ਨਹੀਂ ਹੈ, ਇਹਦੀ ਲੋੜ ਫਲਾਣੇ ਥਾਂ 'ਤੇ ਉੱਥੇ ਦੇ ਆ। ਉਹ ਲੈ ਕੇ ਚਲਾ ਗਿਆ। ਮੈਂ ਇਸ ਸਾਰੇ ਵਰਤਾਰੇ ਨੂੰ ਦੇਖ ਰਿਹਾ ਸੀ। ਮੈਂ ਕਿਹਾ ਜੀ ਵੀ ਇਹ ਕੀ ਗੱਲ ਹੋਈ, ਤੁਹਾਡੇ ਸਨਮੁਖ ਭੇਟ ਕੀਤਾ, ਤੁਸੀਂ ਕਿਹਾ ਵੀ ਇਹਦੀ ਲੋੜ ਇੱਥੇ ਨਹੀਂ ਹੈ, ਉੱਥੇ ਲੈ ਜਾ। ਉਹ ਕਹਿਣ ਲੱਗੇ ਅੰਤਰ ਭੇਦ ਹੈ। ਕਹਿੰਦੇ ਇਹ ਇੱਥੇ ਭੇਟ ਕਰਦਾ ਅਤੇ ਇਹਦੇ ਅੰਦਰ ਇੱਕ ਸੂਖਮ ਹੰਕਾਰ ਦੀ ਭਾਵਨਾ ਰਹਿ ਜਾਣੀ ਸੀ ਕਿ ਮੈਂ ਮਹਾਂਮੁਰਖਾਂ ਨੂੰ ਭੇਟ ਕੀਤਾ। ਕਹਿੰਦਾ ਇੱਥੇ ਫਿਰ ਇਹਨੇ ਭਾਲਣਾ ਵੀ ਸੀ ਕਿ ਅੱਜ ਲੱਖ ਦੇ ਗਿਆ, ਕਿਸੇ ਪਾਸੇ ਕਿੱਥੇ ਕੁ ਲਗਾਇਆ ਇਹਨਾਂ ਨੇ। ਕਹਿੰਦਾ ਜਿੱਥੇ ਇਹਨੂੰ ਮੈਂ ਭੇਜਣ ਲਈ ਕਿਹਾ ਉੱਥੇ ਜਿੱਥੇ ਲੱਗ ਵੀ ਜਾਏਗਾ ਤੈਨੂੰ ਨਜ਼ਰ ਵੀ ਨਹੀਂ ਆਏਗਾ, ਕਿਉਂਕਿ ਉੱਥੇ ਬਹੁਤ ਜ਼ਿਆਦਾ ਲੋੜ ਹੈ, ਇੱਥੇ ਤਾਂ ਪਹਿਲਾਂ ਹੀ ਬੜੀ ਭਰਪੂਰਤਾ ਹੈ। ਇਸ ਕਰਕੇ ਇਹਦੇ ਹੰਕਾਰ ਨੂੰ ਨਿਵਰਤ ਕਰਨ ਲਈ ਅਤੇ ਇਹਦੀ ਦਾਨ ਦੀ ਸ਼੍ਰੇਸ਼ਟ ਭਾਵਨਾ ਨੂੰ ਠੀਕ ਜਗ੍ਹਾ ਪਹੁੰਚਾਉਣ ਲਈ ਸਾਨੂੰ ਪਤਾ ਸੀ ਉੱਥੇ ਪਹੁੰਚਾ ਦਿੱਤਾ। ਇਹਨੂੰ ਕਹਿੰਦੇ ਨੇ ਦਿਵ ਦ੍ਰਿਸ਼ਟੀ। ਇਸ ਕਰਕੇ ਜਦੋਂ ਅਸੀਂ ਗੁਰੂ ਅਮਰਦਾਸ ਸਾਹਿਬ ਜੀ ਦਾ ਸ਼ਾਮ ਨੂੰ ਜ਼ਿਕਰ ਸੁਣਦੇ ਹਾਂ, ਉਹਨਾਂ ਨੇ ਜੇ ਇੱਕ ਦਿਨ ਦੀ ਭੇਟ ਕਹੀ, ਮੈਂ ਇਸ ਗੱਲ ਨੂੰ ਬੜੇ ਦਿਨ ਵਿਚਾਰਦਾ ਰਿਹਾ ਕਿ ਇੱਕ ਦਿਨ ਹੀ ਕਿਉਂ ਕਿਹਾ, ਕਿਉਂਕਿ ਰੋਜ਼ ਤਾਂ ਲੋੜ ਦੀ ਅੰਨ ਦੀ ਲੋੜ ਰੋਜ਼ ਹੈ, ਪਰ ਗੁਰੂ ਸਾਹਿਬ ਇੱਕ ਦਿਨ ਕਿਉਂ ਕਹਿ ਰਹੇ ਹਨ? ਉਹਦਾ ਕੋਈ ਵੱਡਾ ਅਰਥ ਹੈ। ਉਹਦਾ ਵੱਡਾ ਅਰਥ ਇਹ ਹੈ ਕਿ ਜਿਹੜਾ ਧਰਤੀ ਦਾ ਨਿਜ਼ਾਮ ਹੈ ਉਹ ਪ੍ਰਕਿਰਤੀ ਦੇ ਰੂਪ ਵਿੱਚ ਹਰ ਇੱਕ ਰੋਜ਼ ਆਪਣੇ ਆਪ ਨੂੰ ਬਦਲ ਲੈਂਦਾ ਹੈ। ਜੇ ਅੱਜ ਇੰਨੇ ਲੋੜਵੰਦ ਪੈਦਾ ਹੋਣੇ ਨੇ ਅਤੇ ਕੱਲ੍ਹ ਇੰਨੇ ਦਾਨੀ ਵੀ ਪੈਦਾ ਹੋ ਜਾਣੇ, ਅਤੇ ਇਹ ਪਰਮੇਸ਼ਰ ਦਾ ਹੁਕਮ ਹੈ ਅਤੇ ਅਸੀਂ ਇਹਦੇ ਵਿੱਚ ਦਖਲ ਨਹੀਂ ਦੇ ਸਕਦੇ। ਇਹ ਹੁਕਮੀ ਜੀਵਨ ਹੈ ਗੁਰੂ ਅਮਰਦਾਸ ਸਾਹਿਬ ਜੀ ਦਾ, ਅਸੀਂ ਉਹਨੂੰ ਛੋਟੇ ਰੂਪਾਂ 'ਚ ਵਾਚਦੇ ਹਾਂ। ਇਤਿਹਾਸ ਦੀ ਇਹੀ ਤਾਂ ਸਮੱਸਿਆ ਹੈ। ਤਾਂ ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਲੇ ਕੈ ਮੰਡੈ ਹਾਟ, ਉਹਨਾਂ ਦੇ ਅੰਦਰ ਅਸੀਮ ਗੁਣ ਸਮਾਏ ਹੁੰਦੇ ਹਨ, ਨਿਰਭਉਤਾ ਦਾ, ਨਿਰਵੈਰਤਾ ਦਾ, ਦਇਆ ਦਾ, ਖਿਮਾ ਦਾ, ਇੰਨੇ ਅਸੀਮ ਗੁਣ। ਤਾਂ ਕਰਕੇ ਉਹ ਫਿਰ ਪਰਉਪਕਾਰੀ ਹੋ ਜਾਂਦੇ ਨੇ ਕਿ ਗੁਣ ਹੀ ਇੰਨੇ ਹੋ ਗਏ ਨੇ। ਹੁਣ ਅਸੀਂ ਗੁਰਬਾਣੀ 'ਚ ਨਾ ਵਾਕ ਹੁੰਦਾ ਬ੍ਰਹਮ ਗਿਆਨੀ ਪਰਉਪਕਾਰ ਉਮਾਹਾ, ਉਹਦਾ ਭਾਵ ਇਹ ਹੈ ਕਿ ਉਹਦੇ ਜੀਵਨ 'ਚ ਇੰਨੇ ਗੁਣ ਢਲ ਜਾਂਦੇ ਨੇ ਕਿ ਕੋਈ ਵੀ ਗੱਲ ਹੋਵੇ। ਮੈਂ ਕਈ ਦਫਾ ਦੇਖਿਆ ਕਈ ਐਸੇ ਪੁਰਖ, ਉਹ ਜਦੋਂ ਉਹਨਾਂ ਦਾ ਜੀਵਨ ਸੇਵਾ ਦੇ ਨੁਕਤੇ ਤੋਂ ਦੇਖਿਆ ਤਾਂ ਕੰਪਲੀਟ, ਜਦੋਂ ਗਿਆਨ ਦੀ ਕੋਈ ਗਹਿਰੀ ਵਿਚਾਰ ਕੀਤੀ ਤਾਂ ਕੰਪਲੀਟ, ਜੇ ਤਿਆਗ ਦੇ ਨੁਕਤੇ ਤੋਂ ਦੇਖਿਆ ਤਾਂ ਕੰਪਲੀਟ। ਫਿਰ ਹੈਰਾਨਗੀ ਆਉਂਦੀ ਸੀ ਕਿ ਇੱਕ ਬੰਦਾ ਇੰਨੇ ਗੁਣਾਂ ਨਾਲ ਭਰਪੂਰ ਕਿਵੇਂ ਹੋ ਸਕਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਲੇ ਕੈ ਮੰਡੈ ਹਾਟ, ਉਹਨਾਂ ਨੇ ਆਪਣੇ ਅੰਦਰ ਧੁਰ ਪ੍ਰਭੂ ਨੂੰ ਸਮਾਇਆ ਹੋਇਆ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਬ ਹੀ ਪਾਈ ਇਹ ਪਾਰਖੂ। ਇਸ ਕਰਕੇ ਜਦੋਂ ਪਾਰਖੂ ਉਹਨਾਂ ਨੂੰ ਕੋਈ ਲੱਭਦਾ ਉਦੋਂ ਹੀ ਗੱਲ ਕਰਦੇ ਨੇ, ਉਸ ਤੋਂ ਪਹਿਲਾਂ ਗੱਲ ਵੀ ਨਹੀਂ ਕਰਦੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਿਹਨੂੰ ਸਾਰ ਨਹੀਂ ਉਹਨੂੰ ਗੱਲ ਦੇ ਦਿਆਂਗੇ, ਨਾ ਉਹਨੇ ਕਦਰ ਜਾਣਨੀ ਹੈ, ਨਾ ਉਹਨੂੰ ਸੰਭਾਲਣਾ ਹੈ। ਗੁਰਬਾਣੀ 'ਚ ਵਾਕ ਆਉਂਦਾ ਹੈ
ਵਿਣ ਗਾਹਕ ਗੁਣ ਵੇਚੀਐ, ਤਉ ਗੁਣ ਸਹਿਗੋ ਜਾਏ। ਗੁਣ ਕਾ ਗਾਹਕ ਜੇ ਮਿਲੈ, ਤਉ ਗੁਣ ਲਾਖ ਵਿਕਾਏ। ਇੱਕ ਦਫਾ ਆਪ ਜੀ ਨੂੰ ਗੱਲ ਦੱਸੀ ਸੀ ਕਿ ਇੱਕ ਦਫਾ ਕੋਈ ਹੀਰਾ ਘੁੰਮਦਾ ਘੁਮਾਉਂਦਾ ਬੜੇ ਥੋੜ੍ਹੇ ਰੇਟਾਂ ਦੇ ਨਾਲ ਇੱਕ ਜੌਹਰੀ ਪਾਸ ਪਹੁੰਚ ਗਿਆ ਅਤੇ ਉਹਨੇ ਉਹਦੀ 100 ਰੁਪਈਆ ਕੀਮਤ ਪਾ ਤੀ। ਅਤੇ ਜਦੋਂ ਇਹ 100 ਰੁਪਈਆ ਦੇਣ ਲੱਗਾ ਉਸ ਬੰਦੇ ਨੂੰ ਹੀਰਾ ਟੁੱਟ ਗਿਆ। ਅਤੇ ਉਸ ਜੌਹਰੀ ਨੇ ਪੁੱਛਿਆ ਹੀਰੇ ਨੂੰ ਵੀ ਟੁੱਟ ਕਿਉਂ ਗਿਆ? ਕਹਿੰਦਾ ਅਣਜਾਣ ਬੰਦਿਆਂ ਕੋਲੋਂ ਮੇਰੀ ਕੀਮਤ ਘੱਟ ਪੈਂਦੀ ਰਹੀ, ਮੈਨੂੰ ਕੋਈ ਤਰਸ ਨਹੀਂ ਸੀ, ਕੋਈ ਰੋਸ ਨਹੀਂ ਸੀ। ਤੂੰ ਜੌਹਰੀ ਹੋ ਕੇ ਵੀ ਮੇਰੀ 100 ਰੁਪਈਆ ਕੀਮਤ ਬਣਾ ਦਿੱਤੀ। ਤੇਰੀ ਇਸ ਬੁੱਧੀ 'ਤੇ ਤਰਸ ਆਇਆ, ਇਸ ਕਰਕੇ ਮੈਂ ਟੁੱਟਣਾ ਹੀ ਠੀਕ ਸਮਝਿਆ ਕਿ ਮੇਰਾ ਕੁਝ ਬਾਕੀ ਨਾ ਰਹੇ। ਤਾਂ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਬ ਹੀ ਪਾਈ ਇਹ ਪਾਰ ਖੂਹ। ਇਸ ਕਰਕੇ ਜਿਹੜੇ ਅਨੁਭਵੀ ਬੰਦੇ ਹੁੰਦੇ ਨੇ ਉਹ ਜੀਵਨ ਦੇ ਵਿੱਚ ਜਗਿਆਸੂ ਲੱਭ ਰਹੇ ਹੁੰਦੇ ਨੇ, ਉਹਦੇ ਨਾਲ ਹੀ ਗੱਲ ਕਰਦੇ, ਦੂਜੇ ਨਾਲ ਗੱਲ ਨਹੀਂ ਕਰਦੇ। ਇਸ ਕਰਕੇ ਕਿਉਂਕਿ ਉਹਨੂੰ ਪਤਾ ਇਹਦੀ ਕਿੰਨੀ ਕੁ ਅਵਸਥਾ ਬੰਦੇ ਦੀ ਬੋਲ ਬਾਣੀ ਦੱਸ ਦਿੰਦੀ ਹੈ। ਜਿਵੇਂ ਮੈਂ ਇੱਕ ਵਰਤਾਰੇ ਦੀ ਗੱਲ ਕਰਾਂ, ਜਿਹੜਾ ਮੇਰਾ ਮਨ ਦਾ ਖਿਆਲ ਹੈ, ਬੁੱਧੀ ਦਾ ਨਹੀਂ। ਇੱਥੇ ਵੀ ਕਥਾ ਦੀ ਸੇਵਾ ਕਰਦਾ। ਮੈਂ ਕੁਝ ਦਿਨ ਪਹਿਲਾਂ ਆਪਣੇ ਨਗਰ ਗਿਆ, ਉੱਥੇ ਸੇਵਾ ਕਰਕੇ ਆਇਆ। ਉੱਥੇ ਬੜੇ ਜਗਿਆਸੂ ਮਿਲੇ। ਬੰਦੇ ਦੀ ਬੋਲ ਬਾਣੀ ਦੱਸ ਦਿੰਦੀ ਹੈ ਕਿ ਜਗਿਆਸੂ ਹੈ। ਕਥਾ ਸੁਣਨ ਤੋਂ ਬਾਅਦ ਕਿਸੇ ਗੱਲਬਾਤ 'ਤੇ ਵਿਚਾਰ ਕਰਨੀ, ਉਹਦੀ ਅਪੇਕਸ਼ਾ ਕਰਨੀ, ਉਹਦੇ ਵਿੱਚ ਥੋੜ੍ਹਾ ਇੰਟਰਸਟ ਰੱਖਣਾ, ਉਹਦੀ ਗਹਿਰਾਈ ਨੂੰ ਬੁੱਝਣਾ, ਜਾਂ ਇਹ ਪੁੱਛਣਾ ਵੀ ਗਿਆਨੀ ਜੀ ਵਿਆਖਿਆ 'ਚ ਇਹ ਗੱਲ ਤਾਂ ਹੋ ਗਈ, ਪਰ ਤੁਹਾਡਾ ਨਿੱਜ ਅਨੁਭਵ ਕੀ ਹੈ ਸਾਨੂੰ ਦੱਸੋ। ਇਹ ਜਗਿਆਸੂ ਜਦੋਂ ਹੁੰਦਾ ਉਦੋਂ ਧਰਤੀ 'ਤੇ ਸਤ ਸੰਗਤ ਬਣਦੀ, ਉਸ ਤੋਂ ਪਹਿਲਾਂ ਨਹੀਂ ਬਣਦੀ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਬ ਹੀ ਪਾਈ ਇਹ ਪਾਰ ਖੂਹ। ਜਦੋਂ ਉਹ ਪਾਰਖੂ ਲੱਭ ਲੈਂਦੇ ਨੇ ਫਿਰ ਉਹਨਾਂ ਨੂੰ ਪਤਾ ਕਿ ਇਹ ਅਵਸਥਾ ਇਹਨੂੰ ਦੇਣੀ ਬਣਦੀ ਹੈ। ਕਹਿੰਦੇ ਫਿਰ ਉਦੋਂ ਮੁੱਲ ਕਰਦੇ ਹਨ ਤਬ ਹੀਰਨ ਕੀ ਸਾਟ। ਫਿਰ ਉਹ ਦੱਸਦੇ ਨੇ ਕਿ ਧਿਆਨ ਦਾ ਸਿਖਰ ਕੀ ਹੁੰਦਾ ਹੈ। ਹੁਣ ਜਿਵੇਂ ਅਸੀਂ ਜਪ ਅਭਿਆਸ ਸਾਰੇ ਕਰਦੇ ਹਾਂ, ਹਰੇਕ ਕੋ ਆਪੋ ਆਪਣਾ ਅਨੁਭਵ ਹੈ, ਪਰ ਉਹਦਾ ਸਿਖਰ ਕੀ ਹੈ ਇਹ ਕਿਸੇ ਕਿਸੇ ਕੋ ਹੋ ਸਕਦਾ ਹੈ। ਇਸ ਕਰਕੇ ਓਡੇ ਵੱਡੇ ਜਗਿਆਸੂ ਹੋਣਾ ਪੈਂਦਾ। ਇਸ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿੱਚ ਵਾਕ ਆਉਂਦਾ, ਸਾਧ ਕਰੀਜੈ ਗੁਣ ਹੈ ਕੇਰੀ। ਸਤ ਸੰਗਤ ਵੀ ਉੱਥੇ ਬਣੇਗੀ ਜਿੱਥੇ ਗੁਣ ਰੂਪ ਸਾਂਝ ਹੋਏਗੀ। ਗੁਣ ਰੂਪ ਸਾਂਝ ਦਾ ਮਤਲਬ ਕੀ ਹੈ ਕਿ ਉਹਨੂੰ ਬਾਹਰ ਨੂੰ ਨਾ ਦੇਖੋ, ਉਹਦਾ ਜਿਹੜਾ ਅਸਲ ਹੈ ਉਹਨੂੰ ਦੇਖੋ। ਜਦੋਂ ਉਹਨੂੰ ਦੇਖੋਗੇ ਫਿਰ ਕਿਸੇ ਵੱਡੇ ਮਰਕਜ਼ ਨਾਲ ਜੁੜ ਜਾਓਗੇ। ਇਸ ਕਰਕੇ ਇੱਕ ਹੋਰ ਪ੍ਰਮਾਣ ਰੱਖਦੇ ਹਾਂ ਕਿ ਲੇਕ ਹੈ ਮੰਡ ਹੈ ਹਾਟ ਦੇ ਲੱਛਣ ਕੀ ਹਨ, ਕਿ ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰਭੂ ਸਮਾਇਆ ਹੈ। ਭਗਤ ਨਾਮਦੇਵ ਜੀ ਨੂੰ ਉਹਨਾਂ ਦੀ ਗਵਾਂਢਣ ਕਹਿੰਦੀ ਜੀ ਤੁਸੀਂ ਛਪਰੀ ਬਣਾਈ ਬੜੀ ਕਮਾਲ ਦੀ ਹੈ, ਸਾਨੂੰ ਵੀ ਦੱਸੋ। ਭਗਤ ਕਬੀਰ ਸਾਹਿਬ ਜੀ ਭਗਤ ਨਾਮਦੇਵ ਜੀ ਫਰਮਾਉਂਦੇ ਹਨ, ਬੇਡੀ ਪ੍ਰੀਤ ਮਜੂਰੀ ਮੰਗੈ ਜੋ ਕੋਊ ਸ਼ਾਨ ਛਵਾਵੈ ਹੋ। ਲੋਕ ਕਟੰਬ ਸਭੂ ਤੇ ਤੋਰੈ ਤਉ ਆਪਨ ਬੇਡੀ ਆਵੈ ਹੋ। ਕਹਿੰਦੇ ਜਿਹੜਾ ਮੇਰਾ ਕਾਰੀਗਰ ਹੈ, ਜਿਹੜਾ ਮੇਰਾ ਮਕਾਨ ਬਣਾਉਣ ਵਾਲਾ ਹੈ, ਉਹ ਉਦੋਂ ਆਉਂਦਾ ਜਦੋਂ ਸਾਰਿਆਂ ਨਾਲੋਂ ਤੋੜ ਲਈਏ। ਲੋਕ ਕਟੰਬ ਸਭੂ ਤੇ ਤੋਰੈ, ਭਾਵ ਕਿ ਦੁਨਿਆਵੀ ਆਸਾ ਮਨਸਾ ਸਾਰੀਆਂ ਛੱਡ ਦੇਵੇ, ਫਿਰ ਉਹ ਆਉਂਦਾ ਹੈ। ਅਤੇ ਉਹਦੀ ਮਜ਼ਦੂਰੀ ਪੈਸੇ ਨਹੀਂ ਆ, ਉਹਦੀ ਮਜ਼ਦੂਰੀ ਹੈ ਪ੍ਰੀਤ। ਜਿਵੇਂ ਰੋਜ਼ਾਨਾ ਭਾਵਨਾ ਨਾਲ ਸਤ ਸੰਗਤ ਵਿੱਚ ਆ ਕੇ ਬੈਠਣਾ, ਇਹ ਉਹਦੀ ਮਜ਼ਦੂਰੀ ਹੈ। ਜੇ ਕੋਈ ਇਹ ਦਿੰਦਾ ਹੈ ਤਾਂ ਫਿਰ ਉਹਨੂੰ ਉਸ ਬੇਡੀ ਦਾ ਭਾਵ ਕਿ ਅਕਾਲ ਪੁਰਖ ਸਿਰਜਣਹਾਰ ਦਾ ਨਿਵਾਸ ਮਿਲਦਾ ਹੈ। ਭਗਤ ਰਵਿਦਾਸ ਜੀ ਬਾਣੀ ਵਿੱਚ ਫਰਮਾਉਂਦੇ ਹਨ ਕਿ ਲੇਕੈ ਮਾਂਡੇ ਦੇ ਹਾਟ ਕੀ ਹਨ, ਬੇਗਮਪੁਰਾ ਸ਼ਹਿਰ ਕੋ ਨਾਉ ਦੂਖ ਅੰਦੋਹ ਨਹੀਂ ਤਹਿ ਠਾਓ। ਇਸੇ ਤਰ੍ਹਾਂ ਭਗਤ ਸੂਰਦਾਸ ਜੀ ਦੇ ਪ੍ਰਥਾਏ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਬਦ ਹੈ, ਹਰ ਕੇ ਸੰਗ ਬਸੇ ਹਰ ਲੋਕ। ਕਿ ਇਸ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਬ ਹੀ ਪਾਈ ਇਹ ਪਾਰਖੂ ਤਬ ਹੀਰਨ ਕੀ ਸਾਟ। ਜਿਹੜੀ ਸਭ ਤੋਂ ਵੱਡੀ ਸਮੱਸਿਆ ਅੱਜ ਕਥਾ ਦੇ ਡਿਸਕੋਰਸ ਵਿੱਚ ਚੱਲਦੀ ਹੈ, ਨਾ ਕਥਨ ਵਾਲੇ ਅਨੁਭਵੀ ਹਨ ਅਤੇ ਨਾ ਸੁਣਨ ਵਾਲੇ ਜਗਿਆਸੂ ਹਨ। ਇਸ ਕਰਕੇ ਗੱਲ ਕਿਤੇ ਵੀ ਨਹੀਂ ਚੱਲ ਰਹੀ, ਉੱਥੇ ਹੀ ਗੱਲ ਲੜੀ ਹੋਈ ਹੈ। ਲੜੀ ਦਾ ਮਤਲਬ ਕੀ ਹੈ ਕਿ ਕਿੰਨੀ ਵਿਆਖਿਆ ਹੋ ਗਈ, ਕਿਵੇਂ ਹੋ ਗਈ, ਉਹਦਾ ਕੀ ਉਹਦੇ ਵਿੱਚੋਂ ਭਾਵ ਪ੍ਰਗਟ ਹੋਇਆ, ਇਸ ਗੱਲ ਦੀ ਕਿਸੇ ਨੂੰ ਚਿੰਤਾ ਨਹੀਂ। ਮੈਂ ਕਈ ਵਾਰੀ ਸੁਭਾਵਿਕ ਹੀ ਵਿਚਾਰਦਾ ਹੁੰਦਾ, ਸਾਡੇ ਬੱਚੇ ਦੇ ਕੁਝ ਮਾਰਕਸ ਘੱਟ ਆ ਜਾਣ ਨਾ, ਅਸੀਂ ਡਰਦੇ ਰਹਿੰਦੇ ਹਾਂ, ਟੀਚਰ 'ਤੇ ਸ਼ੱਕ ਕਰਦੇ ਹਾਂ, ਆਪਣੇ ਆਪ 'ਤੇ ਸ਼ੱਕ ਕਰਦੇ ਹਾਂ, ਬੱਚੇ 'ਤੇ ਸ਼ੱਕ ਕਰਦੇ ਹਾਂ ਵੀ ਗੱਲ ਕਿੱਥੇ ਸਮੱਸਿਆ ਵਾਪਰ ਰਹੀ ਹੈ। ਇੰਨੀ ਦਫਾ ਗੁਰੂ ਕੀ ਸ਼ਬਦ ਵਿਚਾਰ ਸੁਣ ਕੇ ਸਾਨੂੰ ਮਨ ਦੀ ਖੇਡ ਨਹੀਂ ਸਮਝ ਆਈ, ਅਤੇ ਸਾਨੂੰ ਆਪਣੇ ਮਨ ਦਾ ਜਾਂ ਆਪਣੀ ਬੁੱਧੀ ਦਾ ਨਲਾਇਕਪੁਣਾ ਸਮਝ ਹੀ ਨਹੀਂ ਆਉਂਦਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਬ ਹੀ ਪਾਈ ਇਹ ਪਾਰਖੂ। ਜਦੋਂ ਉੱਤਮ ਜਗਿਆਸਾ ਵਾਲਾ ਕੋਈ ਬੰਦਾ ਮਿਲਦਾ ਤਬ ਹੀਰਨ ਕੀ ਸਾਟ। ਮੈਂ ਕਿਸੇ ਗਿਆਨਮਈ ਪੁਰਖ ਦੇ ਨਾਲ ਮੇਰਾ ਨਿੱਜ ਨਾਤਾ ਹੈ, ਤਾਂ ਉਹਨਾਂ ਦੇ ਕੋਲ ਬਹੁਤ ਲੋਕ ਸਾਰਾ ਦਿਨ ਆਉਂਦੇ ਜਾਂਦੇ ਨੇ। ਇੱਕ ਦਫਾ ਮੈਂ ਵੀ ਗਿਆ, ਬੈਠਾ ਰਿਹਾ, ਕਾਫੀ ਉਹਨਾਂ ਨੇ ਮੈਨੂੰ ਜਾਣ ਨਾ ਦਿੱਤਾ। ਮੈਨੂੰ ਕਾਫੀ ਸਮਾਂ ਉਹਨਾਂ ਨੇ ਸਾਰਾ ਦਿਨ ਬਿਠਾ ਕੇ ਰੱਖਿਆ। ਮੈਂ ਕਿਹਾ ਜੀ ਮੈਨੂੰ ਹੁਣ ਜਾਣ ਦਿਓ, ਜਾਂ ਮੈਨੂੰ ਕਿਉਂ ਨਹੀਂ ਜਾਣ ਦਿੰਦੇ ਇਹ ਦੱਸ ਦਿਓ। ਕਹਿੰਦਾ ਬਾਕੀ ਕਾਰੋਬਾਰ ਕਰਨ ਆਏ, ਤੁਸੀਂ ਕਾਰੋਬਾਰ ਥੋੜ੍ਹਾ ਕਰਨ ਆਏ।
ਮਤਲਬ ਕੀ ਹੈ? ਗੁਰੂ ਘਰ ਆਏ ਕਾਮਨਾ ਕਰਕੇ, 10 ਰੁਪਏ ਭੇਟ ਰੱਖੀ, 20 ਰੁਪਏ ਦਾ ਮੰਗ ਲਿਆ। ਗੁਰੂ ਕਰਕੇ ਤਾਂ ਆਏ ਹੀ ਨਹੀਂ। ਜੇ ਗੁਰੂ ਕਰਕੇ ਆਈ ਹੋਈ, ਸਮੇਂ ਦੀ ਲਿਮਟ ਮੁੱਕੇ ਸਾਡੇ ਅੰਦਰੋਂ, ਹੋਰ ਦੁਨਿਆਵੀ ਕਾਮਨਾ ਦਾ ਰੌਲਾ ਮੁੱਕੇ, ਸੰਸਾਰ ਦੀ ਚਿਤਵਣੀ ਮੁੱਕੇ। ਇਸ ਕਰਕੇ ਅਸੀਂ ਤਾਂ ਗੁਰੂ ਕਰਕੇ ਕਦੇ ਆਉਂਦੇ ਨਹੀਂ, ਤਾਂ ਕਰਕੇ ਸਾਨੂੰ ਕੋਈ ਗਿਆਨ ਦਾ ਵੱਡਾ ਅਰਥ ਨਹੀਂ ਪ੍ਰਾਪਤ ਹੁੰਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਤਬ ਹੀਰਨ ਕੀ ਸਾਟ, ਪਰ ਜੇ ਉੱਤਮ ਜਗਿਆਸੂ ਮਿਲ ਜਾਏ ਤਾਂ ਫਿਰ ਉਹਦੇ ਨਾਲ ਉੱਤਮ ਵਚਨਾਂ ਦੀ ਸਾਂਝ ਪਾਉਂਦੇ ਨੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਗੁਰੂ ਰੂਪ ਸਰਵਰ ਦੇ ਨਾਲ, ਗੁਰਮੁਖਾਂ ਦੀ ਸੰਗਤ ਵਿੱਚ ਤਾਂ ਰਹਿਣਾ ਚਾਹੀਦਾ ਹੈ ਕਿ ਇਕੱਲੀ ਕਥਾ ਨਹੀਂ, ਉਹਨਾਂ ਦੇ ਜੀਵਨ ਅਨੁਭਵ ਦੇਖਣੇ ਚਾਹੀਦੇ ਨੇ ਕਿ ਉਹਨਾਂ ਕਿਵੇਂ ਕਿਵੇਂ ਕਮਾਏ ਹਨ। ਫਿਰ ਉਹਨਾਂ ਅਨੁਭਵਾਂ ਦੇ ਨਾਲ ਤੁਸੀਂ ਦੇਖੋ, ਗੁਰੂ ਰਾਮਦਾਸ ਸਾਹਿਬ ਜੀ ਦੇ ਵਾਕ, ਮੈਂ ਕਈ ਵਾਰੀ ਇਹਨਾਂ ਨੂੰ ਬਹੁਤ ਗਹਿਰਾ ਵਾਚਦਾ। ਗੁਰੂ ਰਾਮਦਾਸ ਜੀ ਖੁਦ ਆਖ ਰਹੇ ਹਨ, ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਭੀ ਗਤ ਪਾਹੇ। ਉਹਦਾ ਕੀ ਅਰਥ ਹੈ? ਵੀ ਗੁਰੂ ਇਹ ਗੱਲ ਕਹਿ ਰਹੇ, ਇਹਦਾ ਮਤਲਬ ਕੀ ਹੈ ਕਿ ਉਹ ਗੁਰੂ ਨੇ ਗੁਰਸਿੱਖਾਂ ਦੇ ਜੀਵਨ ਦੀ ਮਹਿਮਾ ਪ੍ਰਗਟ ਕੀਤੀ ਹੈ ਕਿ ਇਹਨਾਂ ਦੇ ਕੋਲੋਂ ਅਨੁਭਵ ਰਤਨ ਸਮਾਇਆ ਹੁੰਦਾ ਹੈ, ਅਤੇ ਇਹਨਾਂ ਦੀ ਸੰਗਤ ਵਿੱਚ ਰਹੋਗੇ ਅਤੇ ਉਹ ਰਤਨ ਤੁਹਾਨੂੰ ਸਹਿਜੇ ਹੀ ਮਿਲ ਜਾਣਗੇ। ਕੇਵਲ ਨਿਮਰ ਰੂਪ ਹੋ ਕੇ, ਅਧਿਕਾਰੀ ਹੋ ਕੇ, ਜਗਿਆਸੂ ਹੋ ਕੇ ਤੁਸੀਂ ਉਹ ਪ੍ਰਾਪਤ ਕਰਨਾ। ਭਗਤ ਕਬੀਰ ਸਾਹਿਬ ਜੀ ਨੇ ਵੈਸੇ ਵੀ ਸਲੋਕਾਂ 'ਚ ਸਾਨੂੰ ਸੁਚੇਤ ਕੀਤਾ, ਰਾਮ ਪਦਾਰਥ ਪਾਏ ਕੈ ਕਬੀਰਾ ਗਾਂਠ ਨਾ ਖੋਲ, ਨਹੀਂ ਪਟਣ ਨਹੀਂ ਪਾਰਖੂ, ਨਹੀਂ ਗਾਹਕ ਨਹੀਂ ਮੋਲ। ਜਿਤਨਾ ਚਿਰ ਉੱਤਮ ਜਗਿਆਸੂ ਭਾਵ ਨਹੀਂ ਮਿਲਦਾ, ਉਤਨਾ ਚਿਰ ਰਾਮ ਰਤਨ ਦੀ ਸਾਂਝ ਪਾਉਣ ਦਾ ਕੋਈ ਵੱਡਾ ਅਰਥ ਨਹੀਂ, ਅਤੇ ਗੱਲ ਜਿਹੜੀ ਹੈ ਛੋਟੀ ਜਾਣੀ ਜਾਏਗੀ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਬ ਹੀ ਪਾਈ ਇਹ ਪਾਰਖੂ। ਉਹਨਾਂ ਦੇ ਹਿਰਦੇ ਅੰਦਰ ਜੋ ਪ੍ਰਭੂ ਸਮਾਇਆ ਹੁੰਦਾ ਹੈ, ਉਹ ਉੱਤਮ ਜਗਿਆਸੂਆਂ ਨੂੰ ਬਖਸ਼ਿਸ਼ ਕਰਕੇ ਨਿਹਾਲ ਕਰਦੇ ਹਨ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਨਿਵਾਜਿਸ਼ ਕਰਦੇ ਹਨ ਕਿ ਸਾਨੂੰ ਜੌਹਰੀ ਰੂਪ ਹੋ ਕੇ ਸੰਗਤ ਵਿੱਚ ਗੁਰੂ ਦੀ ਸ਼ਬਦ ਵਿਚਾਰ ਨਾਲ ਜੁੜ ਕੇ ਅਮੋਲਕ ਰਤਨ ਧਾਰਨ ਕਰਨੇ ਚਾਹੀਦੇ ਨੇ, ਤਾਂ ਕਿ ਸਾਡਾ ਜੀਵਨ ਗੁਰੂ ਦੀ ਵਡਿਆਈ ਵਾਲਾ, ਸ਼ਬਦ ਦੀ ਰਹਿਮਤ ਵਾਲਾ ਬਣ ਜਾਵੇ। ਭਗਤ ਕਬੀਰ ਸਾਹਿਬ ਦੀ ਕਿਰਪਾ ਕਰਨ, ਸ਼ਲੋਕ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ ਜੀ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ। ਆਪ ਦੀ ਸਨਮੁਖ ਸ਼ਬਦ ਵਿਚਾਰ ਦੀ ਸਾਂਝ ਪਾਉਂਦਿਆਂ, ਵਿਆਖਿਆ ਦਾ ਯਤਨ ਆਪ ਦੇ ਸਨਮੁਖ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ